ਇਸਦਾ ਮਜ਼ਾਕ ਕੁਝ ਹੋਰ ਹੈ। ਰੈਡ ਐਫਐਮ ਟਰਾਮਾ ਦਾ ਸ਼ਿਕਾਰ ਹੋ ਜਾਂਦੇ ਨੇ। ਉਹਨਾਂ ਦੇ ਜਿਹੜੇ ਕੋਰੇ ਮਨ ਦੇ ਉੱਤੇ, ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਗੱਲ ਬੈਠ ਜਾਂਦੀ ਆ ਜਿਸ ਦਾ ਡਰ, ਜਿਸ ਦਾ ਖੌਫ ਜਾਂ ਉਸ ਦਾ ਬੁਰਾ ਅਸਰ ਜ਼ਿੰਦਗੀ ਭਰ ਉਹਨਾਂ ਦੀ ਸ਼ਖਸੀਅਤ 'ਤੇ ਰਹਿੰਦਾ ਹੈ। ਔਰ ਇਹਦੇ ਵਿੱਚ ਬਹੁਤ ਕਿਸਮ ਦੀਆਂ ਘਟਨਾਵਾਂ ਨੇ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਨੇ। ਬਹੁਤ ਸਾਰੇ ਬੱਚੇ ਨੇ ਜਿਹੜੇ ਫਿਜ਼ੀਕਲ ਅਬਿਊਜ਼ ਜਾਂ ਸੈਕਸ਼ੂਅਲ ਅਬਿਊਜ਼ ਦਾ ਸ਼ਿਕਾਰ ਹੋ ਜਾਂਦੇ ਨੇ, ਔਰ ਉਹਨਾਂ ਦੇ ਮਨਾਂ ਦੇ ਵਿੱਚ ਇਹੋ ਜਿਹੀ ਗੱਲ ਉਕਰੀ ਜਾਂਦੀ ਹੈ ਜਿਹੜੀ ਸਾਰੀ ਉਮਰ ਤਾਬ ਨਹੀਂ ਆਉਂਦੇ। ਲੇਕਿਨ ਜਦੋਂ ਕੋਈ ਕਲੀਨਿਕਲ ਕਾਉਂਸਲਰ, ਕੋਈ ਮਨੋਵਿਗਿਆਨੀ ਉਹਨਾਂ ਨੂੰ ਗੱਲਬਾਤ ਕਰਕੇ ਅਤੇ ਉਸ ਟਰਾਮੇ ਨੂੰ ਖ਼ਤਮ ਕਰਨਾ ਚਾਹੁੰਦਾ ਤਾਂ ਉਹਦਾ ਬਹੁਤ ਫ਼ਰਕ ਵੀ ਪੈ ਜਾਂਦਾ ਹੈ। ਹੋਰ ਬੜੇ ਇਸ ਕਿਸਮ ਦੀ ਸਿਚੁਏਸ਼ਨਸ ਨੇ ਜਿੱਥੋਂ ਬੱਚਿਆਂ ਨੂੰ ਟਰਾਮਾ ਹੋ ਸਕਦਾ ਹੈ। ਉਹਦੇ ਬਾਰੇ ਅੱਜ ਸਾਡੇ ਨਾਲ ਪਲਵਿੰਦਰ ਗਿੱਲ ਜੀ ਗੱਲਬਾਤ ਕਰਨਗੇ। ਉਸ ਘਰ ਵਿੱਚ ਰਹਿਣਾ ਜਿੱਥੇ ਫਰਜ਼ ਕਰੋ ਕਿਸੇ ਬੱਚੇ ਦੀ ਮਾਂ 'ਤੇ ਹਰ ਰੋਜ਼ ਕੁੱਟ ਪੈ ਰਹੀ ਹੈ, ਉਹ ਚੀਕਾਂ ਮਾਰ ਰਹੀ ਹੈ, ਉਸਦੇ ਬਾਲ ਪੱਟੇ ਜਾ ਰਹੇ ਹਨ, ਉਸ ਨੂੰ ਤੂਕ ਸੀਟ ਕੀਤੀ ਜਾ ਰਹੀ ਹੈ। ਉਸ ਕਿਸਮ ਦਾ ਟਰਾਮਾ ਜਿਹੜਾ ਬਹੁਤ ਸਾਰੇ ਮਨਾਂ 'ਚ, ਬਹੁਤ ਸਾਰੇ ਬੱਚਿਆਂ ਦੇ ਮਨਾਂ 'ਤੇ ਰਹਿ ਜਾਂਦਾ, ਜਿਹੜਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਪਰਸਨੈਲਿਟੀ ਨੂੰ ਸਾਵੀਂ ਨਹੀਂ ਬਣਨ ਦਿੰਦਾ। ਔਰ ਲੱਗਦਾ ਇਹ ਹੁੰਦਾ ਕਿ ਇਸ ਨੂੰ ਕੋਈ ਹੋਰ ਪ੍ਰੋਬਲਮ ਆ, ਆਹ ਬਿਮਾਰੀ ਆ। ਦਰਅਸਲ ਉਸ ਦੇ ਮਨ ਦੇ ਵਿੱਚ ਬਿਮਾਰੀ ਇਹ ਹੁੰਦੀ ਹੈ ਕਿ ਉਸ ਦਾ ਬਚਪਨ ਅੱਛਾ ਨਹੀਂ ਗੁਜ਼ਰਿਆ। ਪਲੈਜ਼ੈਂਟ ਚਾਈਲਡਹੁੱਡ ਹੈ ਜਿਹੜਾ ਕਿ ਉਹ ਵਧੀਆ ਪਰਸਨੈਲਿਟੀਜ਼ ਬਣਾ ਸਕਦਾ ਹੈ। ਅੱਜ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਪਲਵਿੰਦਰ ਜੀ ਮੇਰੇ ਸਟੂਡੀਓਜ਼ 'ਚ ਨੇ। ਜੀ ਆਇਆਂ ਨੂੰ ਜੀ। Good to be back. Oh, thank you very much 2 for years, coming I in. think ਕਾਫੀ ਟਾਈਮ ਹੋ ਗਿਆ ਨਾ ਆਪਾਂ ਨੂੰ Brilliant. ਇੰਟਰੈਕਸ਼ਨ ਇੱਦਾਂ ਫਿਜ਼ੀਕਲ ਮਿਲਿਆ ਨੂੰ, ਬਟ ਕਦੇ ਹੋਪਫੁਲੀ ਜ਼ੂਮ 'ਤੇ, ਕਦੇ ਕਿਸੇ ਤਰ੍ਹਾਂ ਸਾਰੀ ਤਰ੍ਹਾਂ ਦੀ ਅਡੈਪਟੇਬਿਲਿਟੀ। ਡਰਾਮੇ ਬਾਰੇ ਦੱਸੋ ਸੀ। ਇਹ ਜਿਹੜਾ ਬਹੁਤ ਸੈਂਸਿਟਿਵ ਟੌਪਿਕ ਆ। ਪਿਛਲੀ ਵਾਰੀ ਆਪਾਂ ਇੱਕ ਇਹਦਾ ਪਹਿਲਾ ਭਾਗ ਕੀਤਾ ਸੀ, ਪਰ ਅੱਜ ਆਪਾਂ ਮੇਰਾ ਖਿਆਲ ਮੋਰ ਇਫੈਕਟਿਵਲੀ ਗੱਲਬਾਤ ਕਰ ਸਕਦੇ ਹਾਂ। ਹਾਂਜੀ, ਜਿਵੇਂ ਕਿ ਪਹਿਲਾਂ ਮਿਸਟਰ ਥਿੰਨ ਨੇ ਕਿਹਾ, ਥੋੜ੍ਹਾ ਟੌਪਿਕ ਭਾਵੁਕ ਆ, ਸੋ ਸੁਣਨ ਵਾਲੇ ਥੋੜ੍ਹੀ ਆਪਦੀ ਮਾਨਸਿਕ ਸਿਹਤ ਦਾ ਸੇਫਟੀ ਲੈ ਕੇ ਚੱਲਣ। ਕਈ ਵਾਰ ਹੋ ਸਕਦਾ ਹੈ ਠੇਸ ਪਹੁੰਚ ਸਕਦੀ ਹੈ ਤੁਹਾਨੂੰ। ਕਈ ਵਾਰ ਜਦੋਂ ਅਸੀਂ ਟਰਾਮਾ ਦੀ ਗੱਲ ਕਰਦੇ ਹਾਂ, ਸਾਨੂੰ ਅਕਸਰ ਬਚਪਨ ਦੀ ਹਿਸਟਰੀ 'ਚ ਜਾਣਾ ਪੈਂਦਾ, ਅਤੇ ਕਈ ਵਾਰ ਸਾਡੇ ਸਾਰਿਆਂ ਦੀ ਬਚਪਨ ਹਿਸਟਰੀ ਇਹੋ ਜਿਹੀ ਹੁੰਦੀ ਹੈ ਕਿ ਅਸੀਂ ਯਾਦ ਨਹੀਂ ਕਰਨਾ ਚਾਹੁੰਦੇ। ਸੋ ਹੋ ਸਕਦਾ ਇਹ ਐਪੀਸੋਡ ਤੁਹਾਨੂੰ ਯਾਦ ਕਰਵਾਵੇ। ਸੋ ਆਪਦੀ ਮਾਨਸਿਕ ਸਥਿਤੀ ਦਾ ਖਿਆਲ ਰੱਖਿਓ। ਹਾਂਜੀ, ਸੋ ਜਿਵੇਂ ਤੁਸੀਂ ਅਕਸਰ ਮਿਸਟਰ ਥਿੰਨ ਆਪਾਂ ਨਾ ਟਰਾਮਾ ਦੀ ਜਦੋਂ ਗੱਲ ਕਰਦੇ ਹਾਂ, ਆਪਾਂ ਐਕਸਟ੍ਰੀਮ ਟਰਾਮਾ, ਜਿਵੇਂ ਤੁਸੀਂ ਫਿਜ਼ੀਕਲ ਅਬਿਊਜ਼, ਸੈਕਸ਼ੂਅਲ ਅਬਿਊਜ਼, ਆਪਾਂ ਉਹਦੀ ਗੱਲ ਕਰਦੇ ਹਾਂ। ਪਰ ਆਪਾਂ ਜਦੋਂ ਜਿਹੜਾ ਟਰਾਮਾ ਇੱਕ ਹੋਰ ਵੀ ਤਰੀਕਿਆਂ ਨਾਲ ਕਿੰਨੇ ਅਸੀਂ ਟਰਾਮਾਟਾਈਜ਼ ਹੋ ਸਕਦੇ ਹਾਂ, ਐਂਡ ਸਾਡੇ ਕਲਚਰ ਦੇ ਵਿੱਚ ਅਸੀਂ ਸਾਰੇ ਮੋਸਟ ਪਾਪੂਲੇਸ਼ਨ ਅਸੀਂ ਟਰਾਮਾਟਾਈਜ਼ਡ ਹਾਂ। ਇੱਕ ਕ੍ਰਿਬ ਦੇ ਵਿੱਚ ਪਿਆ ਹੋਇਆ ਬੱਚਾ ਇਹ ਮਹਿਸੂਸ ਕਰ ਲੈਂਦਾ ਕਿ ਇਹ ਦੁਨੀਆ ਸੇਫ ਆ ਕਿ ਅਨਸੇਫ ਆ। ਅੱਛਾ ਜੀ। ਕ੍ਰਿਬ 'ਚ ਪਿਆ ਹੋਇਆ ਬੱਚਾ ਇਹ ਮਹਿਸੂਸ ਕਰ ਸਕਦਾ ਵਾ ਕਿ ਮੇਰੇ ਰੋਣ 'ਤੇ ਕਿੰਨਾ ਕੋਈ ਮੈਨੂੰ ਵਰਾਉਣ ਆਊਗਾ ਕਿ ਨਹੀਂ, ਕਿ ਮੈਨੂੰ ਰੋਂਦਿਆਂ ਨੂੰ ਹੀ ਸੁੱਤੇ ਸੌਣਾ ਪੈਣਾ। ਜਦੋਂ ਮੇਰੀ ਇਸ ਘਰ ਦੇ ਵਿੱਚ ਉਹਦੇ ਲਈ ਜਿਹੜਾ ਘਰ ਆ ਉਹ ਦੁਨੀਆ ਹੀ ਇੱਕ ਹੁੰਦੀ ਆ। ਇਸ ਦੁਨੀਆ ਦੇ ਵਿੱਚ ਇੱਕ ਡਰ ਆ ਜਾਂ ਇੱਕ ਖੁਸ਼ੀ ਆ, ਇਹ ਵੀ ਮਹਿਸੂਸ ਕਰ ਲੈਂਦਾ। ਕ੍ਰਿਬ ਦੇ ਵਿੱਚ ਪਿਆ ਹੋਇਆ ਬੱਚਾ ਮਹਿਸੂਸ ਕਰਦਾ ਵਾ। ਰਾਈਟ। ਐਂਡ ਅਗੇਨ ਮੈਂ ਕਹਿਦਾ ਸਾਡਾ ਇਹ ਐਪੀਸੋਡ ਕਰਨ ਦਾ, ਦੇਖੋ ਮਿਸਟਰ ਥਿੰਨ, ਜਿਹੜੀ ਮੈਂਟਲ ਹੈਲਥ ਹੈ ਨਾ, ਅੱਜ ਅਸੀਂ ਗੱਲਾਂ ਕਰ ਰਹੇ ਹਾਂ, ਇਹ ਇੱਕ ਲਗਜ਼ਰੀ ਆ। ਬਿਕਾਜ਼ ਜੇ ਅਸੀਂ ਥਰਡ ਵਰਲਡ ਕੰਟਰੀ 'ਚ ਜਾਈਏ, ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੋਊਗਾ ਮੈਂਟਲ ਹੈਲਥ ਦੇ ਵਿੱਚ, ਬਿਕਾਜ਼ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਸਰਵਾਈਵਲ ਤਾਂ ਇਹ ਵੀ ਰੋਟੀ ਮਿਲੇਗੀ। ਐਗਜ਼ੈਕਟਲੀ। ਸੋ ਇਵੇਂ ਜੇ ਅਸੀਂ ਆਪਦੇ ਪਿਛਲੇ ਅੱਜ ਟਰਾਮੇ 'ਚ, ਸ਼ਾਇਦ ਤੁਹਾਡਾ ਜਿਹੜਾ ਬਚਪਨ ਤੁਹਾਨੂੰ ਯਾਦ ਆਊਗਾ। ਦੇਖੋ ਅਸੀਂ ਉਸ ਜਨਰੇਸ਼ਨ 'ਚੋਂ ਆਏ ਹਾਂ। ਸਾਡੇ ਲੋਕਾਂ ਨੇ, ਜਿਨ੍ਹਾਂ ਨੇ ਸਾਨੂੰ ਪਾਲਿਆ, ਉਹਨਾਂ ਨੇ 1947, 1984 ਇੱਦਾਂ ਦੇ ਹਾਲਾਤ ਦੇਖੇ ਆ। ਤੁਸੀਂ ਉਹ ਜਿਹੜੇ ਲੋਕ ਤੁਹਾਨੂੰ ਪਾਲ ਰਹੇ, ਕਿਵੇਂ ਨਾ ਟਰਾਮਾਟਾਈਜ਼ਡ ਹੋਏ ਹੋਣਗੇ, ਅਤੇ ਉਹਨਾਂ ਲੋਕਾਂ ਨੇ ਸਾਨੂੰ ਪਾਲਿਆ। ਅੱਜ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਐਪਲੀਕੇਬਲ ਕਰ ਸਕਦੇ ਹਾਂ, ਕਿਉਂਕਿ ਆਲੇ ਦੁਆਲੇ ਸਾਡੇ ਖਤਰਾ ਨਹੀਂ ਹੈਗਾ। ਜੇ ਅੱਜ ਵੀ ਆਲੇ ਦੁਆਲੇ ਸਾਡੇ ਦੰਗੇ ਹੁੰਦੇ ਹੋਣ ਤਾਂ ਆਪਾਂ ਇਹ ਵਾਲਾ ਟੌਪਿਕ ਨਹੀਂ ਕਰਾਂਗੇ ਰੇਡੀਓ 'ਤੇ। ਐਗਜ਼ੈਕਟਲੀ, ਬਿਕਾਜ਼ ਹੁਣ ਸਾਨੂੰ ਪਤਾ ਕਿ ਸਾਡੇ ਆਲੇ ਦੁਆਲੇ ਸੇਫਟੀ ਆ, ਸਿਕਿਉਰਿਟੀ ਆ। ਐਂਡ ਇਹ ਇਹਨਾਂ ਕੰਟਰੀਆਂ ਦੇ ਵਿੱਚ ਬੈਠ ਕੇ ਹੀ ਅਸੀਂ ਮੈਂਟਲ ਹੈਲਥ ਦੀ ਗੱਲ ਕਰ ਸਕਦੇ ਹਾਂ। ਦੂਸਰੀਆਂ ਥਰਡ ਵਰਲਡ ਕੰਟਰੀਜ਼ ਦੇ ਵਿੱਚ ਅਸੀਂ ਨਹੀਂ ਜਾ ਸਕਦੇ। ਸਰਵਾਈਵਲ ਦੀ ਸਟਰਗਲ, ਉੱਥੇ ਸਰਵਾਈਵਲ ਦੀ ਸਟਰਗਲ ਆ। ਸੋ ਇੱਕ ਲਗਜ਼ਰੀ ਆ। ਜਿੰਨਾ ਚਿਰ ਸਾਡੀ ਬਾਹਰਲੀ ਦੁਨੀਆ ਸੇਫ ਨਹੀਂ ਹੁੰਦੀ, ਸਾਨੂੰ ਅੰਦਰੋਂ ਆਪਦੇ ਜਿਹੜੀਆਂ ਅਨਸੇਫ ਚੀਜ਼ਾਂ ਉਹਨਾਂ ਨੂੰ ਕੱਢਣਾ ਬਹੁਤ ਔਖਾ ਵਾ।
ਸੋ ਟਰਾਮਾ ਦੀ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਕੇ ਦੇਖਾਂ ਮਿਸਟਰ ਥਿੰਨ, ਜਿਹੜੇ ਸਾਡੇ ਟਰਾਮੇ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਕੋਈ ਚੀਜ਼ ਇਹੋ ਜਿਹੀ ਹੁੰਦੀ ਬਾਹਰਲੇ ਐਕਸਪੀਰੀਅੰਸਿਸ ਦੇ ਨਾਲ, ਅਤੇ ਉਹ ਚੀਜ਼ ਤੁਹਾਡੀ ਨਰਵਸ ਸਿਸਟਮ 'ਤੇ ਇੱਕ ਮੈਮਰੀ ਬਣ ਜਾਂਦੀ ਆ। ਇਹਨੂੰ ਅਸੀਂ ਇੰਪਲਿਸਿਟ ਮੈਮਰੀ ਕਹਿੰਦੇ ਹਾਂ। ਸੋ ਫੋਰ ਐਗਜ਼ਾਮਪਲ ਇੱਕ ਬੱਚੇ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਇੱਕ ਛੋਟਾ ਜਿਹਾ ਬੱਚਾ 6 ਸਾਲ ਦਾ ਝੂਠ ਬੋਲਿਆ ਉਹਨੇ, ਅਤੇ ਉਹਦੇ ਘਰੇ ਬੜੀ ਕੁੱਟ ਪਈ, ਅਤੇ ਉਹਦੇ ਨਰਵਸ ਸਿਸਟਮ ਨੇ ਮੈਮਰੀ ਸੇਵ ਕਰ ਲਈ, ਐਂਡ ਇਹ ਚੀਜ਼ ਦੁਬਾਰਾ ਉਹਦੇ ਨਾਲ ਹੋਈ, ਅਤੇ ਉਹਦੇ ਨਰਵਸ ਸਿਸਟਮ ਨੇ ਇਹ ਸੇਵ ਕਰ ਲਈ ਮੈਮਰੀ ਵੀ ਜਦੋਂ ਵੀ ਮੈਂ ਸੱਚ ਬੋਲਦਾ ਅਤੇ ਮੈਂ ਫੜਿਆ ਜਾਂਦਾ ਅਤੇ ਮੇਰੇ ਕੁੱਟ ਪੈਂਦੀ ਆ। ਅਤੇ ਫਿਰ ਆਪਦੇ ਆਪ ਨੂੰ ਬਚਾਉਣ ਦਾ ਕੀ ਤਰੀਕਾ ਬੱਚਾ ਲੱਭਦਾ? ਝੂਠ ਬੋਲਣ ਲੱਗ ਜਾਏਗਾ। ਝੂਠ ਬੋਲਣ ਲੱਗ ਜਾਏਗਾ। ਪਰ ਅੱਜ ਉਹੀ ਬੱਚਾ 40 ਸਾਲ ਦਾ ਫਿਰ ਵੀ ਝੂਠ ਬੋਲ ਰਿਹਾ, ਕਿਉਂਕਿ ਨਰਵਸ ਸਿਸਟਮ ਦੇ ਵਿੱਚ ਜਿਹੜੀ ਮੈਮਰੀ ਪਈ ਵੀ ਆ ਉਹਨੂੰ ਉਹ ਉਹਦੇ ਅੰਦਰ ਫੰਕਸ਼ਨ ਕਰ ਰਹੀ, ਉਹਨੂੰ ਪਤਾ ਵੀ ਨਹੀਂ। ਸ਼ਾਇਦ ਅੱਜ ਅਸੀਂ ਉਹਨੂੰ ਬੁਲਾ ਕੇ ਪੁੱਛਾਂਗੇ ਕਿ ਪਹਿਲੀ ਵਾਰ ਤੇਰੇ ਕੁੱਟ ਕਦੋਂ ਪਈ ਸੀ ਝੂਠ ਬੋਲਣ 'ਤੇ, ਉਹਨੂੰ ਯਾਦ ਨਹੀਂ ਹੋਊਗਾ, ਉਹ ਰੀਕਾਲ ਨਹੀਂ ਕਰ ਸਕੂਗਾ, ਕਿਉਂਕਿ ਇੰਪਲਿਸਿਟ ਮੈਮਰੀ ਦਾ ਮਤਲਬ ਹੈ ਅਨਕੌਂਸ਼ੀਅਸ ਮੈਮਰੀ ਬਣ ਗਈ ਆ ਤੁਹਾਡੀ DNA ਦੇ ਵਿੱਚ, ਤੁਹਾਡੇ ਅੰਦਰ ਬੋਲਿਆ ਨਹੀਂ ਤੇ ਕੁੱਟ ਪਈ ਨਹੀਂ। ਇਹ ਤੁਹਾਡੇ ਨਰਵਸ ਸਿਸਟਮ ਨੂੰ ਪਤਾ, ਸ਼ਾਇਦ ਤੁਸੀਂ ਸਾਨੂੰ ਬੋਲ ਕੇ ਨਾ ਦੱਸ ਸਕੋ, ਕਿਉਂਕਿ ਨਰਵਸ ਸਿਸਟਮ ਇੱਕ ਬੱਚਾ ਜੇ ਸਾਲ ਦਾ ਵੀ ਆ, ਜੇ ਮਹੀਨਿਆਂ ਦਾ ਵੀ ਆ, ਉਹਦੇ ਨਰਵਸ ਸਿਸਟਮ ਨੂੰ ਪਤਾ ਵੀ ਉਹ ਡਰਿਆ ਪਿਆ। ਐਂਡ ਹੋ ਸਕਦਾ 20 ਸਾਲ ਦਾ ਹੋ ਕੇ ਉਹ ਤੁਹਾਨੂੰ ਦੱਸ ਵੀ ਨਾ ਸਕੇ ਵੀ ਘਰ ਦੇ ਵਿੱਚ ਕੀ ਇਹੋ ਜਿਹਾ ਹੁੰਦਾ ਸੀ ਜਿਹੜਾ ਮੈਨੂੰ ਡਰਾਉਂਦਾ ਸੀ, ਪਰ ਉਹਦੇ ਨਰਵਸ ਸਿਸਟਮ ਦੇ ਵਿੱਚ ਉਹ ਐਡ ਹੋਈ ਵੀ ਹੈ ਮੈਮਰੀ। ਐਂਡ ਜਿਹੜੀ ਨਰਵਸ ਸਿਸਟਮ ਦੇ ਵਿੱਚ ਐਡ ਹੋਈ ਵੀ ਹੈ ਮੈਮਰੀ, ਉਹ ਤੁਹਾਡੇ ਨਰਵਸ ਸਿਸਟਮ ਨੂੰ ਜਾਂ ਤਾਂ ਓਵਰ ਐਕਟੀਵੇਟ ਕਰ ਦਿੰਦੀ ਆ ਜਾਂ ਉਹ ਅੰਡਰ ਐਕਟੀਵੇਟ ਕਰ ਦਿੰਦੀ ਆ। ਫੋਰ ਐਗਜ਼ਾਮਪਲ ਇੱਕ ਮਦਰ ਆ, ਬੱਚਾ ਸਕੂਲ ਤੋਂ ਉਹ ਸਕੂਲ ਛੱਡਣ ਜਾ ਰਹੀ ਸੀ, ਅਤੇ ਬੱਚਾ ਰੂਮ 'ਚ ਨਹੀਂ ਸੀ ਵੜ ਰਿਹਾ, ਅਤੇ ਮਦਰ ਦਾ ਕੀ ਹੋ ਜਾਂਦਾ, ਡਿਸਰੈਗੂਲੇਟ ਹੋ ਜਾਂਦੀ ਹੈ ਨਾ। ਉਹ ਹੈ ਤਾਂ ਸੀ ਇੰਸੀਡੈਂਟ ਤੋਂ ਬੜਾ ਵੱਡਾ ਨਹੀਂ ਗਾ, ਪਰ ਉੱਥੇ ਜਿਉਣ ਮਰਨ ਦਾ ਸਵਾਲ ਬਣ ਜਾਂਦਾ ਵਾ ਅੰਦਰ, ਜਦੋਂ ਅਸੀਂ ਮਾਨਸਿਕ ਦਿਸ਼ਾ ਵੇਖੀਏ ਉਸ ਮਾਂ ਦੀ, ਕਿਉਂਕਿ ਉਹ ਓਵਰ ਐਕਟਿਵ ਨਰਵਸ ਸਿਸਟਮ ਆ, ਅਨਰੈਗੂਲੇਟਡ ਨਰਵਸ ਸਿਸਟਮ ਆ। ਕਿਉਂਕਿ ਜਦੋਂ ਸਾਡਾ ਇੱਕ ਬਚਪਨ ਦੇ ਵਿੱਚ ਪ੍ਰੋਪਰਲੀ ਨਰਵਸ ਸਿਸਟਮ ਡਿਵੈਲਪ ਨਹੀਂ ਹੁੰਦਾ, ਜਾਂ ਤਾਂ ਉਹ ਅੰਡਰ ਐਕਟਿਵ ਹੁੰਦਾ ਜਾਂ ਓਵਰ ਐਕਟਿਵ। ਜਿਵੇਂ ਤੁਸੀਂ ਕਿਹਾ ਫੋਰ ਐਗਜ਼ਾਮਪਲ, ਜਿਵੇਂ ਆਪਾਂ ਪਿਛਲੀ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ ਨਾ ਸਵਿਮਿੰਗ ਦੀ, ਤਿੰਨਾਂ 'ਚੋਂ ਕਿਸੇ ਨੂੰ ਸਵਿਮਿੰਗ ਨਹੀਂ ਆਉਂਦੀ। ਇੱਕ ਦਾ ਤਾਂ ਓਵਰ ਐਕਟਿਵ ਹੋਇਆ ਹੋਇਆ ਕਿ ਉਹਦੇ ਕੋਲ ਗਾਰਡਸ ਵੀ ਆ, ਉਹਦੇ ਕੋਲ ਲਾਈਫ ਜੈਕਟ ਵੀ, ਉਹ ਤਾਂ ਵੀ ਨਹੀਂ ਅੰਦਰ ਪਾਣੀ 'ਚ ਵੜਿਆ, ਕਿਉਂਕਿ ਐਕਟਿਵ ਬਹੁਤ ਉਹਦਾ ਨਰਵਸ ਸਿਸਟਮ। ਅਤੇ ਇੱਕ ਆ ਜਿਹੜਾ ਉਹ ਬਿਨਾਂ ਕੁਛ, ਉਹਨੂੰ ਥ੍ਰੈਟ ਵੀ ਨਹੀਂ ਦਿਖ ਰਹੀ ਕਿ ਮੈਨੂੰ ਤੈਰਨਾ ਨਹੀਂ ਆਉਂਦਾ, ਅਤੇ ਉਹ ਬਿਨਾਂ ਹੀ ਜੈਕਟ ਤੋਂ, ਬਿਨਾਂ ਟ੍ਰੇਨਰ ਤੋਂ ਪਾਣੀ 'ਚ ਕੁੱਦ ਗਿਆ, ਉਹਦਾ ਅੰਡਰ ਐਕਟਿਵ ਆ। ਉਹ ਵੀ ਧੋਖਾ, ਓਬਵੀਅਸਲੀ ਉਹ ਵੀ, ਜਿਵੇਂ ਤੁਸੀਂ ਆਪਾਂ ਵੇਖਦੇ ਹਾਂ ਕਈ ਵਾਰ ਨਿਊਜ਼ਾਂ ਦੇ ਵਿੱਚ ਲੋਕੀ ਪਾਣੀ 'ਚ ਜੰਪ ਕਰ ਜਾਂਦੇ ਬਿਨਾਂ ਸੋਚੇ ਵੀ ਮੈਨੂੰ ਤੈਰਨਾ ਨਹੀਂ ਆਉਂਦਾ ਇੱਥੇ, ਕਿਉਂਕਿ ਨਰਵਸ ਸਿਸਟਮ ਸਹੀ ਨਹੀਂ ਵਰਕ ਕਰ ਰਿਹਾ ਉੱਥੇ। ਅਤੇ ਓਵਰ ਐਕਟਿਵ ਦਾ ਮਤਲਬ ਹੈ ਕਿ ਜਦੋਂ ਸਾਨੂੰ ਪਤਾ ਬਾਹਰ ਸੇਫ ਆ, ਅਤੇ ਫਿਰ ਵੀ ਅਸੀਂ ਟਰਸਟ ਨਹੀਂ ਕਰ ਪਾ ਰਹੇ, ਰਾਈਟ। ਸੋ ਇਵੇਂ ਸਾਡੇ ਨਰਵਸ ਸਿਸਟਮ, ਤੁਸੀਂ ਆਮ ਦੇਖੋ ਕਿ ਕਈ ਥਾਵਾਂ 'ਤੇ ਕਈ ਹਾਲਾਤਾਂ ਦੇ ਵਿੱਚੋਂ ਸਾਨੂੰ ਨਿਕਲਣਾ ਹੁੰਦਾ ਅਤੇ ਅਸੀਂ ਉੱਥੇ ਬੈਠੇ ਰਹਿੰਦੇ ਹਾਂ, ਅਤੇ ਕਈਆਂ 'ਚ ਸੇਫ ਹੁੰਦੇ ਅਤੇ ਅਸੀਂ ਐਵੇਂ ਨਿਕਲ ਜਾਂਦੇ ਹਾਂ, ਬਿਲਕੁਲ ਓਵਰ ਐਕਟਿਵ। ਐਂਡ ਕਈ ਵਾਰ ਹਸਬੈਂਡ ਵਾਈਫ ਦੀ ਲੜਾਈ, ਬੱਚਿਆਂ ਨਾਲ ਲੜਾਈ, ਅਤੇ ਉਹ ਗੱਲ ਤਾਂ ਕੋਈ ਨਹੀਂ ਹੁੰਦੀ, ਓਵਰ ਐਕਟਿਵ ਨਰਵਸ ਸਿਸਟਮ ਹੋਇਆ ਹੁੰਦਾ ਤੁਹਾਡਾ। ਆਪਾਂ ਕਹਿੰਦੇ ਨਾ ਕਈ ਵਾਰ ਤਾਂ ਨਿੱਕੀ ਜਿਹੀ ਚੀਜ਼ ਵੀ ਸਾਨੂੰ ਕੁਛ ਨਹੀਂ, ਵੱਡੀ ਚੀਜ਼ ਵੀ ਅਸੀਂ ਸਹਿ ਲੈਂਦੇ ਹਾਂ, ਅਤੇ ਪਰ ਕਈ ਵਾਰ ਨਿੱਕੀ ਜਿਹੀ ਵੀ ਬੜਾ ਖਲਾਰਾ ਪਾ ਦਿੰਦੀ ਅੰਦਰ। ਸੋ ਉਹ ਸਾਡਾ ਨਰਵਸ ਸਿਸਟਮ ਓਵਰ ਐਕਟਿਵ ਅਤੇ ਅੰਡਰ ਐਕਟਿਵ ਹੋਇਆ ਹੋਇਆ। ਐਂਡ ਹੋਇਆ ਕਿੱਥੇ ਆ? ਬਚਪਨ ਦੇ ਵਿੱਚ, ਕਿਉਂਕਿ ਅਸੀਂ ਉਹਨਾਂ ਮਾਂ ਬਾਪਾਂ ਵੱਲੋਂ ਪਾਲੇ ਗਏ ਆ ਜਿਨ੍ਹਾਂ ਦੇ ਆਪਦੇ ਨਰਵਸ ਸਿਸਟਮ ਵੀ ਪੂਰੇ ਡਿਵੈਲਪ ਨਹੀਂ ਸੀ। ਅੱਛਾ ਬਲਵਿੰਦਰ, ਜਿਹੜੇ ਟਰਾਮਾ ਜਦੋਂ ਬਚਪਨ 'ਚ ਹੋ ਜਾਂਦਾ, ਫਿਰ ਟਾਈਮ ਨਾਲ ਉਹ ਫੇਡ ਹੋ ਜਾਂਦਾ, ਜਿਵੇਂ ਤੁਸੀਂ ਭੁੱਲ ਵੀ ਜਾਂਦੇ ਬੱਚੇ, ਹੌਲੀ ਉਹ ਕਹਿੰਦੇ ਵੱਡਾ ਹੋ ਕੇ ਆਪੇ ਠੀਕ ਹੋ ਜਾਂਦਾ, ਬੰਦਾ ਛੱਡ ਦਿੰਦਾ, ਕਿ ਟਰਾਮਾ ਬਣਿਆ ਰਹਿੰਦਾ? ਦੇਖੋ ਮਿਸਟਰ ਥਿੰਨ, ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਇੱਕ 6-7 ਸਾਲ ਦਾ ਮੁੰਡਾ ਸੀ, ਅਤੇ ਉਹਦੇ ਫਾਦਰ ਦੀ ਡੈਥ ਹੋ ਗਈ, ਅਤੇ ਉਹ 7 ਸਾਲ ਦੀ ਉਮਰ ਦੇ ਵਿੱਚ ਟਰੈਕਟਰ ਚਲਾਉਣ ਲੱਗ ਗਿਆ ਸੀ। 7 ਸਾਲ ਦੀ ਉਮਰ ਦੇ ਵਿੱਚ ਉਹਨੂੰ ਇਹ ਫਿਕਰ ਸੀ ਕਿ ਮੈਂ ਆਪਦੇ ਪਰਿਵਾਰ ਨੂੰ ਪਾਲਣਾ। ਇਮੈਜਿਨ ਕਰੋ 7 ਸਾਲ ਦੇ ਬੱਚੇ ਦੀ, ਜਦੋਂ ਕਿ ਉਹਦੀ ਪਰਵਰਿਸ਼ ਕਿਸੇ ਹੋਰ ਨੇ ਕਰਨੀ ਸੀ, ਪਰ ਉਹਨੇ ਉਹਦੇ 'ਤੇ ਜ਼ਿੰਮੇਵਾਰੀ ਪੈ ਗਈ ਕਿ ਉਹਨੇ ਚੱਕਣੀ ਆ। ਸੋ ਇੱਕ ਆਪਦੇ ਤਰ੍ਹਾਂ ਦਾ ਟਰਾਮਾ ਵਾ। ਅਤੇ ਤੁਸੀਂ ਦੇਖੋ ਕਿ ਜਿਹੜੇ 7 ਸਾਲ ਦੇ ਬੱਚੇ ਤੋਂ, ਜਿਵੇਂ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ 7 ਸਾਲ ਦਾ ਬੱਚਾ 5 ਇੱਟਾਂ ਹੀ ਚੱਕ ਸਕਦਾ, ਅਤੇ ਜੇ ਉਹਦੇ 'ਤੇ ਤੁਸੀਂ 25 ਪਾਓਗੇ, ਉਹ ਪਾਰ ਆ, ਚੱਕ ਲੂਗਾ ਉਹ। ਐਂਡ ਦੁਨੀਆ ਤਾੜੀ ਵੀ ਮਾਰੂਗੀ, ਲੈਣ ਤਾਂ 5 ਸਾਲ ਦੇ ਨੇ 25 ਇੱਟਾਂ ਚੱਕ ਲਈਆਂ, ਤਾਂ ਆਪਾਂ ਤਾੜੀ ਮਾਰਦੇ ਨਾ ਜੇ ਲੋਕਾਂ ਵਾਸਤੇ ਵੀ ਇਹ ਤਾਂ ਮਿਹਨਤੀ ਬੜਾ ਨਿਕਲਿਆ। ਪਰ ਤੁਸੀਂ ਇਹ ਦੇਖੋ ਕਿ ਉਸ 5 ਸਾਲ ਨੇ ਜਾਂ 7 ਸਾਲ ਦੇ ਨੇ ਜਿਹੜੀਆਂ 25 ਇੱਟਾਂ ਚੱਕੀਆਂ, ਉਹ ਕਿਹੋ ਜਿਹੀ ਮਾਨਸਿਕਤਾ ਵਿੱਚੋਂ ਚੱਕੀਆਂ ਹੋਈਆਂ। ਅਤੇ ਅੱਜ ਉਹ 50 ਸਾਲ ਦਾ ਹੋ ਚੁੱਕਿਆ, ਅਤੇ ਉਹ ਤੋਂ ਕੰਮ ਨਹੀਂ ਛੁੱਟਦਾ। ਉਹ ਕਹਿੰਦਾ ਮੈਂ ਬੈਠ ਨਹੀਂ ਸਕਦਾ ਆਪਦੇ ਪਰਿਵਾਰ ਦੇ ਵਿੱਚ, ਕਿਉਂਕਿ ਜਦੋਂ ਸ਼ੁਰੂ ਤੋਂ ਤੁਹਾਡੀ ਇੰਨੀ ਵਾਇਰਿੰਗ ਹੋਈ ਵੀ ਤੁਸੀਂ ਕੰਮ ਵਰਕਹੋਲਿਕ ਬਣ ਜਾਂਦੇ ਹੋ ਤੁਸੀਂ।
ਸਮਝਦੇ ਹੋ। ਸੋ ਇੱਕ ਆਪਦੇ ਤਰ੍ਹਾਂ ਦਾ, ਐਂਡ ਇਹ ਸਾਡੇ ਕਲਚਰ 'ਚ ਤਾਂ ਕਿੰਨੇ ਕਿਸੇ ਤਰੀਕੇ ਨਾਲ ਹੋਇਆ ਵਾ। ਅੱਛਾ, ਕੰਮ ਤੋਂ ਨਾ ਹਟ ਸਕਣਾ ਇਹ ਬਿਮਾਰੀ ਹੈ? ਇਟਸ ਵਰਕਹੋਲਿਕ। ਕੋਈ ਵੀ ਨਸ਼ਾ ਵਾ ਮਿਸਟਰ ਥਿੰਡੂ ਤੁਹਾਨੂੰ ਤੁਹਾਡੀ ਲਾਈਫ ਫੰਕਸ਼ਨ ਕਰਨ ਤੋਂ ਰੋਕਦਾ ਵਾ। ਕਿਸੇ ਵੀ ਚੀਜ਼ ਦਾ ਨਸ਼ਾ ਲੈ ਲਓ ਤੁਸੀਂ, ਤੋਂ ਕੰਮ ਆ, ਸ਼ਰਾਬ ਆ, ਕਿਸੇ ਵੀ ਤਰੀਕੇ ਦਾ ਨਸ਼ਾ ਲੈ ਲਓ। ਕੰਮ ਵੀ ਜਿਹੜੀ ਕਿਰਤ ਵੀ? ਇਸ ਨੂੰ ਅਸੀਂ ਵਰਕ ਐਡਿਕਸ਼ਨ ਕਹਿੰਦੇ ਹਾਂ। ਵਰਕਹੋਲਿਕ ਮਤਲਬ ਹੈ ਕਿ ਜਿਹੜੀ ਜਦੋਂ ਅਸੀਂ ਕੰਮ ਤੋਂ ਹਟਦੇ ਹਾਂ ਜਾਂ ਕੰਮ ਤੋਂ ਅਸੀਂ ਪਾਸੇ ਕਰਦੇ ਹਾਂ ਆਪਦੇ ਆਪ ਨੂੰ, ਸਾਡੇ ਅੰਦਰ ਐਂਗਜ਼ਾਇਟੀ ਤੇ ਖਾਲੀਪਣ ਸਟਾਰਟ ਹੋਣ ਲੱਗ ਜਾਂਦਾ ਸਾਨੂੰ। ਰਾਈਟ। ਐਂਡ ਉਹ ਟਾਈਮ ਅਸੀਂ ਆਪਦੇ ਆਪ ਨੂੰ ਨਰਿਸ਼ ਕਰਨ ਵਾਸਤੇ ਨਹੀਂ ਲੈਂਦੇ, ਉਹ ਟਾਈਮ ਅਸੀਂ ਆਪਦੇ ਰਿਸ਼ਤਿਆਂ ਨੂੰ ਨਰਿਸ਼ ਕਰਨ ਵਾਸਤੇ ਨਹੀਂ ਲੈਂਦੇ। ਐਂਡ ਅਕਸਰ ਜਿਹੜੇ ਵਰਕਹੋਲਿਕ ਲੋਕ ਹੁੰਦੇ ਉਹਨਾਂ ਦੇ ਰਿਲੇਸ਼ਨਸ਼ਿਪ ਬਹੁਤ ਸਫਰ ਕਰਦੇ ਆ। ਸਾਡੇ ਪਹਿਲੇ ਕਾਲਰ ਨੇ ਲਾਈਨ 1 ਤੇ ਅਨੋਨਿਮਸ ਕਾਲਰ ਹਨ। ਹੈਲੋ। ਹਾਂਜੀ ਸਿੰਘ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹਨਾਂ ਨੂੰ ਪੁੱਛਣਾ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਇਕਲੌਤਾ ਪੁੱਤਰ ਹਾਂ ਜੀ ਆਪਣੇ ਮਾਪਿਆਂ ਦਾ, ਤੇ ਇਸੇ ਕਰਕੇ ਸ਼ਾਇਦ ਮੇਰੇ ਮਾਪੇ ਕਾਫੀ ਵਰਿਡ ਰਹਿੰਦੇ ਸੀ, ਜਿਵੇਂ ਇੰਡੀਆ 'ਚ ਹੁੰਦਾ ਹੀ ਆ, ਤੇ ਉਹ ਮੇਰੇ ਨਾਲ ਓਵਰ ਸਟ੍ਰਿਕਟ ਸੀਗੇ ਬਚਪਨ ਤੋਂ ਲੈ ਕੇ, ਤੇ ਇੱਕ ਜਿਵੇਂ ਬੇਅਤਬਾਰੀ ਵਿੱਚ ਰਹਿੰਦੇ ਸੀਗੇ ਹਮੇਸ਼ਾ। ਤੇ ਹੁਣ ਮੈਂ ਜਦੋਂ ਵੱਡਾ ਹੋ ਗਿਆ ਜੀ, ਤੇ ਹੁਣ ਵੀ ਉਹ ਓਵਰ ਸਟ੍ਰਿਕਟਨੈਸ ਆ ਜਿਹੜੀ ਘਰਦਿਆਂ ਦੀ, ਉਹ ਜਾਂਦੀ ਨਹੀਂ ਹੈਗੀ। ਉਹਦੇ ਕਰਕੇ ਇੱਕ ਝਿਜਕ ਕਹਿ ਲਓ ਜਾਂ ਇੱਕ ਵਰਡਨੈਸ, ਜਿਵੇਂ ਇੱਕ ਨਰਵਸਨੈਸ ਮੇਰੇ 'ਚ ਹੈਗੀ ਆ। ਪਰ ਜਿਵੇਂ ਮੈਂ ਵੱਡਾ ਹੋਇਆ ਜੀ, ਮੈਨੂੰ ਪਤਾ ਲੱਗਿਆ ਕਿ ਮੇਰੇ ਦਾਦਾ ਜੀ ਵੀ ਮੇਰੇ ਫਾਦਰ ਸਾਹਿਬ ਨਾਲ ਸਟ੍ਰਿਕਟ ਸੀਗੇ, ਤੇ ਉਹ ਇੱਕ ਤਾਂ ਮਤਲਬ ਵੀ ਇਹ ਨਰਵਸਨੈਸ ਕਿਵੇਂ ਦੂਰ ਕਰੀ ਜਾ ਸਕਦੀ ਆ, ਤੇ ਇੱਕ ਅੱਗੇ ਮੈਂ ਜਦੋਂ ਹੁਣ ਆਪਣੀ ਫੈਮਿਲੀ ਚਲਾਉਣੀ ਆ, ਮੈਂ ਇਹ ਚੇਨ ਨੂੰ ਕਿਵੇਂ ਤੋੜਾਂ, ਕਿਵੇਂ ਮਤਲਬ ਅਸੀਂ ਘਰ ਦੇ ਵਿੱਚ ਮਾਹੌਲ ਬਣਾਈਏ ਕਿ ਨਾ ਨਰਵਸਨੈਸ ਹੋਵੇ ਤੇ ਨਾ ਹੀ ਸਟ੍ਰਿਕਟਨੈਸ ਹੋਵੇ। ਮੈਂ ਇਹ ਜਾਣਨਾ ਚਾਹੁੰਦਾ ਜੀ। ਥੈਂਕ ਯੂ ਵੀਰ। ਹਾਂਜੀ ਇਕੱਲੇ ਚਾਈਲਡ ਸੀਗੇ, ਐਂਡ ਜਿਹੜੇ ਕਲਚਰ 'ਚ ਅਸੀਂ ਆਉਂਦੇ ਹੋ ਤਾਂ ਪਤਾ ਵੀ ਜਦੋਂ ਤੁਹਾਡੇ ਕੋਲ ਬੱਚਾ ਇੱਕ ਹੋਵੇ ਤਾਂ ਤੁਸੀਂ ਬਹੁਤ ਓਵਰ ਪ੍ਰੋਟੈਕਸ਼ਨ ਦੇ ਵਿੱਚ ਚਲੇ ਜਾਂਦੇ ਹੋ, ਐਂਡ ਨਰਵਸਨੈਸ ਐਂਡ ਮੋਡ ਦੇ ਵਿੱਚ ਚਲੇ ਜਾਂਦੇ ਹੋ। ਤੁਸੀਂ ਬੱਚੇ ਨੂੰ ਹਰ ਚੀਜ਼ ਤੋਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਉਹਦੇ ਨਾਲ ਰਿਸ਼ਤਾ ਤੁਹਾਡਾ ਡਿਸਫੰਕਸ਼ਨਲ ਹੋ ਜਾਂਦਾ ਵਾ। ਸੋ ਜਿੰਨਾ ਕੁ ਮੈਨੂੰ ਲੱਗਦਾ ਤੁਹਾਡੀ ਇੰਟੈਂਸਿਟੀ ਟਰਾਮੇ ਦੀ ਓਬਵੀਅਸਲੀ ਡਿਫਰੈਂਟ ਹੋ ਸਕਦੀ ਆ ਡਿਪੈਂਡਿੰਗ ਔਨ ਕਿੰਨਾ ਕੁ ਤੁਸੀਂ ਐਕਸਪੀਰੀਅੰਸ ਕੀਤਾ ਵਾ। ਫਸਟ ਕੰਮ ਤਾਂ ਹੀ ਮੈਂ ਕਹਿੰਦੀ ਹੁੰਦੀ ਹਾਂ ਕਿ ਥੈਰੇਪੀ, ਕਾਉਂਸਲਿੰਗ। ਪਰ ਕਾਉਂਸਲਿੰਗ ਦਾ ਮਤਲਬ ਹੈ ਕਿ ਇਕੱਲੀ ਕਾਉਂਸਲਿੰਗ ਹੀ, ਮੈਂ ਕਾਉਂਸਲਰ ਹਾਂ, ਮੈਂ ਕਾਉਂਸਲਿੰਗ ਦੀ ਐਡਵੋਕੇਟ ਕਰਦੀ ਹਾਂ, ਪਰ ਮੈਂ ਉਹਦੇ ਨਾਲ ਇਹ ਵੀ ਕਹਿੰਦੀ ਹਾਂ ਕਿ ਕਾਉਂਸਲਿੰਗ ਇੱਕ ਹਿੱਸਾ ਵਾ, ਪਰ ਦੂਸਰਾ ਹਿੱਸਾ ਵਾ ਕਿ ਸਾਨੂੰ ਇੱਕ ਰੀਅਲ ਜ਼ਿੰਦਗੀ ਦੇ ਵਿੱਚ ਵੀ ਇੱਕ ਇਹੋ ਜਿਹਾ ਰਿਸ਼ਤਾ ਮਿਲੇ। ਸੋ ਬੇਸਿਕਲੀ ਜੇ ਇਹਨਾਂ ਦੀ ਲਾਈਫ 'ਚ ਕੋਈ ਇਹੋ ਜਿਹਾ ਰਿਸ਼ਤਾ ਵਾ, ਜੇ ਜਿਹਨਾਂ ਦੀ ਵਾਈਫ ਵੀ ਇਹਨਾਂ ਨੂੰ ਐ ਫੀਲ ਹੁੰਦਾ ਵੀ ਉਹ ਓਵਰ ਪ੍ਰੋਟੈਕਟ ਕਰਦੀ ਆ, ਕਈ ਵਾਰ ਸਾਨੂੰ ਜਿਹੜੀਆਂ ਚੀਜ਼ਾਂ ਅਸੀਂ ਪਿੱਛੋਂ ਸੁਣਦੇ ਹਾਂ ਨਾ, ਅਸੀਂ ਦੂਜਿਆਂ 'ਤੇ ਪ੍ਰੋਜੈਕਟ ਕਰਨ ਲੱਗ ਜਾਂਦੇ ਹਾਂ। ਸੋ ਬੇਸਿਕਲੀ ਇੱਕ ਬਾਹਰ ਵੀ ਤੁਸੀਂ ਇੱਕ ਇਹੋ ਜਿਹਾ ਰਿਸ਼ਤਾ ਲੱਭਣਾ ਜਿਸ ਰਿਸ਼ਤੇ ਵਿੱਚ ਕੰਪੈਸ਼ਨ ਅਤੇ ਐਂਪਥੀ ਤੋਂ ਤੁਹਾਡੀ ਨਰਵਸਨੈਸ ਨੂੰ ਸਮਝ ਸਕੇ, ਐਂਡ ਉਹ ਨਰਵਸਨੈਸ ਨੂੰ ਤੁਹਾਡੀ ਨੂੰ ਸਮਝ ਕੇ ਤੁਹਾਡੇ ਨਾਲ ਐਂਪਥੈਟਿਕ ਅਤੇ ਕੰਪੈਸ਼ਨੇਟ ਹੋ ਸਕੇ। ਤੁਸੀਂ ਕੀ ਉਹਨਾਂ ਨੂੰ ਇਹ ਨਿਸ਼ਚਿਤ ਕਰ ਰਹੇ ਹੋ ਕਿ ਉਹ ਬਾਹਰਲਾ ਰਿਸ਼ਤਾ ਲੱਭਣ ਜਿੱਥੇ ਸੋ ਬੇਸਿਕਲੀ ਕੋਈ ਵੀ ਰਿਸ਼ਤਾ ਉਹ ਕਿੱਦਾਂ ਵੀ ਹੋ ਸਕਦਾ। ਫਸਟ ਆਫ ਆਲ ਤਾਂ ਜੇ ਉਹਨਾਂ ਦੇ ਪੇਰੈਂਟਸ ਉਹਨਾਂ ਨਾਲ ਅਗਰੀ ਹੈ ਤਾਂ ਇੱਕ ਕਾਉਂਸਲਿੰਗ ਸੈਸ਼ਨ ਇੱਕ ਪੇਰੈਂਟ ਅਤੇ ਇੱਕ ਚਾਈਲਡ ਦਾ ਉਹਨਾਂ ਦਾ ਹੋ ਸਕਦਾ ਵਾ, ਜਿਹਦੇ ਨਾਲ ਉਹਨਾਂ ਦੀ ਕਾਫੀ ਹੈਲਪ ਹੋਊਗੀ, ਕਿਉਂਕਿ ਰਿਸ਼ਤਾ ਡਿਸਫੰਕਸ਼ਨਲ ਆ ਉੱਥੇ, ਰਾਈਟ। ਐਂਡ ਜੇ ਉਸ ਤੋਂ ਬਾਅਦ ਮੈਂ ਜੇ ਉਹ ਆਪਦੀ ਕਾਉਂਸਲਿੰਗ ਦਾ ਟਰਾਮਾ ਥੋੜ੍ਹਾ ਕਾਉਂਸਲਿੰਗ ਉਹਨਾਂ ਨੂੰ ਲੈਣੀ ਪੈਣੀ ਆ, ਉਹਦੇ ਥਰੂ ਦੂਰ ਹੋਊਗਾ, ਪਰ ਉਹਦੇ ਨਾਲ ਇੱਕ ਰਿਸ਼ਤਾ ਉਹਨਾਂ ਦੀ ਲਾਈਫ ਦੇ ਵਿੱਚ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਇੱਕ ਫੰਕਸ਼ਨਲ ਰਿਸ਼ਤਾ ਹੋਵੇ, ਜਿੱਥੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਉਹਨਾਂ ਨੂੰ ਆਜ਼ਾਦੀ ਮਿਲ ਰਹੀ ਹੈ, ਪਰ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਬਾਰ-ਬਾਰ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਹੈ ਨਾ। ਐਂਡ ਜਦੋਂ ਉਹ ਰਿਸ਼ਤਾ ਜ਼ਿਆਦਾ ਉਸ ਰਿਸ਼ਤੇ ਦੇ ਵਿੱਚ ਰਹਿਣਗੇ ਤਾਂ ਉਹਨਾਂ ਦੀ ਮਾਨਸਿਕ ਸਥਿਤੀ ਬਦਲਣ ਲੱਗ ਜੂਗੀ। ਫੋਰ ਐਗਜ਼ਾਮਪਲ ਜਿਵੇਂ ਆਪਾਂ ਇੱਕ ਬੱਚੇ ਦੀ ਆਪਾਂ ਗੱਲ ਕੀਤੀ ਕਿ ਝੂਠ ਬੋਲ ਕੇ ਉਹ ਜੇ ਇਨਸਾਨ ਕੋਲੇ ਸੱਚ ਬੋਲੇ ਤੇ ਜਿੱਥੇ ਉਹ ਸੇਫ ਫੀਲ ਕਰਦਾ ਵਾ। ਸਾਡੇ ਅਗਲੇ ਕਾਲਰ ਨੇ ਲਾਈਨ 2। ਹੈਲੋ ਹੈਰੀ ਜੀ। ਹਾਂਜੀ ਹਾਂਜੀ ਜਨ ਸਾਹਿਬ ਸਤਿ ਸ਼੍ਰੀ ਅਕਾਲ। ਡਾਕਟਰ ਪਲਵਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਸ਼ੋਅ ਹੁੰਦਾ ਜੀ ਤੁਹਾਡਾ, ਬਹੁਤ ਇਨਫੋਰਮੇਟਿਵ ਹੁੰਦਾ। ਓਕੇ, ਮੈਂ ਤੁਹਾਨੂੰ ਇੱਕ ਕੁਐਸਚਨ ਇਹ ਪੁੱਛਣਾ ਸੀ। ਫੋਰ ਐਗਜ਼ਾਮਪਲ ਆਪਾਂ ਦੋ ਸਿਚੁਏਸ਼ਨਸ ਲੈ ਲਈਏ। ਦੋ ਸਿਚੁਏਸ਼ਨਸ ਦੇ ਵਿੱਚ ਇੱਕ ਫੈਮਿਲੀ ਦੇ ਵਿੱਚ ਬਹੁਤ ਵਧੀਆ ਮਾਹੌਲ ਆ ਤੇ ਬੱਚਾ ਉਸ ਪਰਿਵਾਰ ਦੇ ਵਿੱਚ ਬਹੁਤ ਵਧੀਆ ਪਿਆਰ ਨਾਲ ਤੇ ਇੱਕ ਨਿੱਘੇ ਮਾਹੌਲ ਦੇ ਵਿੱਚ ਪਲ ਰਿਹਾ। ਦੂਸਰੀ ਸਾਈਡ ਤੇ ਇੱਕ ਫੈਮਿਲੀ ਹੈ ਜਿਹਦੇ ਵਿੱਚ ਬਹੁਤ ਅਬਿਊਸਿਵ ਆ, ਡੋਮੈਸਟਿਕ ਵਾਇਲੈਂਸ ਆ, ਅਲਕੋਹਲ ਆ, ਉਹ ਇੱਕ ਬੱਚਾ ਪਲ ਰਿਹਾ ਜੀ। ਜਦੋਂ ਦੋਨੇ ਬੱਚੇ ਆਪਣੇ 25-30 ਸਾਲ ਦੇ ਵਿੱਚ ਜਾਂਦੇ ਆ, 35 ਸਾਲ ਦੇ ਵਿੱਚ ਜਾਂਦੇ ਆ, ਜ਼ਿਆਦਾ ਸਟਰੋਂਗ ਪਰਸਨੈਲਿਟੀ ਕਿਹਦੀ ਬਣ ਸਕਦੀ ਆ? ਕਿਉਂਕਿ ਇੱਕ ਫਲਸਫਾ ਇਹ ਵੀ ਆ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਦੁੱਖ ਦਾਰੂ ਸੁੱਖ ਰੋਗ ਪਿਆ,
ਕਈ ਵਾਰੀ ਤੁਹਾਨੂੰ ਦੁੱਖ ਇੰਨਾ ਸਟਰੋਂਗ ਬਣਾ ਦਿੰਦੇ ਨੇ ਵੀ ਤੁਸੀਂ ਸੁੱਖ ਨਾਲ ਉਹਨੇ ਸਟਰੋਂਗ ਨਹੀਂ ਬਣਦੇ। ਦੂਸਰੇ ਪਾਸੇ ਇੱਕ ਵਾਰੀ ਆਪਾਂ ਤੁਹਾਨੂੰ ਯਾਦ ਹੋਣਾ, ਤੁਸੀਂ ਪ੍ਰੋਗਰਾਮ ਕੀਤਾ ਸੀ ਵੀ ਬੰਦਾ ਕਈ ਵਾਰੀ ਘੋੜੇ ਤੋਂ ਡਿੱਗਦਾ ਬਾਰ-ਬਾਰ, ਚੜ੍ਹਦਾ ਫਿਰ ਚੜ੍ਹਦਾ, ਉਹ ਇੰਨਾ ਸਟਰੋਂਗ ਹੋ ਜਾਂਦਾ ਬਜਾਏ ਕਿ ਉਸ ਪਰਸਨ ਦੇ ਜਿਹੜਾ ਕਦੇ ਘੋੜੇ ਤੇ ਚੜ੍ਹੇ ਹੀ ਨਹੀਂ ਤੇ ਉਹ ਇੱਕ ਵਾਰੀ ਡਿੱਗਿਆ ਤੇ ਉਹ ਫਿਰ ਸਾਰੀ ਉਮਰ ਉੱਠਦਾ ਨਹੀਂ। ਬਿਲਕੁਲ। ਇਹਨਾਂ ਦੋਨਾਂ ਬੱਚਿਆਂ ਦੇ ਵਿੱਚੋਂ ਜ਼ਿਆਦਾ ਸਟਰੋਂਗ ਪਰਸਨੈਲਿਟੀ ਕਿਹੜੇ ਬੱਚੇ ਦੀ ਬਣ ਸਕਦੀ ਹੈ? ਦੱਸੋ ਜੀ। ਹਾਂਜੀ, ਸੋ ਦੇਖੋ ਜ਼ਿਆਦਾ ਜਿਹੜਾ ਟਰਾਮਾ ਨਾ ਉਹ ਤੁਹਾਡੇ ਇਮਿਊਨ ਸਿਸਟਮ, ਮਾਨਸਿਕ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ, ਜਿਹੜਾ ਬਚਪਨ ਦਾ ਟਰਾਮਾ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਇਸ ਹਿਸਾਬ ਨਾਲ ਚੱਲੋ, ਜਿਸ ਬੱਚੇ ਦੇ ਪੇਰੈਂਟ ਇਮੋਸ਼ਨਲੀ ਅਵੇਲੇਬਲ ਸੀ, ਐਂਡ ਇਹ ਕਈ ਵਾਰ ਬਾਹਰੋਂ ਸਾਨੂੰ ਦਿਖਦਾ ਨਹੀਂ ਹੁੰਦਾ ਗਾ, ਕਈ ਵਾਰ ਬਾਹਰੋਂ ਸਾਨੂੰ ਫੈਮਲੀਜ਼ ਬਹੁਤ ਵਧੀਆ ਦਿਖਦੀਆਂ ਹੁੰਦੀਆਂ ਗੀਆਂ। ਸੋ ਇਮੋਸ਼ਨਲੀ ਜਿਸ ਬੱਚੇ ਦੇ ਪੇਰੈਂਟ ਅਵੇਲੇਬਲ ਸੀ, ਕੰਸਿਸਟੈਂਟਲੀ ਅਵੇਲੇਬਲ ਸੀਗੇ, ਉਸ ਘਰ ਦੇ ਵਿੱਚ ਜਿਹੜੇ ਕੌਨਫਲਿਕਟ ਸੀਗੇ ਉਹ ਇੱਕ ਆਪਸੀ ਸਹਿਮਤੀ ਨਾਲ, ਇੱਕ ਅਗਰੈਸ਼ਨ ਨਹੀਂ ਸੀਗਾ ਉਸ ਘਰ ਦੇ ਵਿੱਚ। ਸੋ ਕਾਫੀ ਜਦੋਂ ਅਸੀਂ ਇਮੋਸ਼ਨਲੀ ਅਵੇਲੇਬਲ ਕਹਿ ਦਿੰਦੇ ਹਾਂ, ਦਾ ਮਤਲਬ ਬੱਚੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਉਹਨਾਂ ਨੂੰ ਸੁਣਿਆ ਗਿਆ, ਰਾਈਟ। ਐਂਡ ਜਿਵੇਂ ਇਹਨਾਂ ਕਿਹਾ ਕਿ ਜਿਵੇਂ ਦੁੱਖ, ਦੇਖੋ ਫੋਰ ਐਗਜ਼ਾਮਪਲ ਜੇ ਤੁਸੀਂ 5 ਸਾਲ ਦੇ ਬੱਚੇ ਤੇ ਜਿਵੇਂ ਮੈਂ ਕਿਹਾ ਤੁਸੀਂ 20 ਇੱਟਾਂ ਰੱਖ ਦੋਗੇ ਤਾਂ ਉਹਦੀ ਡਿਵੈਲਪਮੈਂਟ, ਠੀਕ ਆ, ਉਹ ਲੋਕਾਂ ਲਈ ਲੱਗੂਗਾ ਕਿ ਉਹ ਬਹੁਤ ਕੰਮ ਕਰ ਰਿਹਾ, ਸਾਡਾ ਕਲਚਰ ਪ੍ਰੇਜ਼ ਵੀ ਕਰਦਾ, ਪਰ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਡਿਵੈਲਪ ਨਹੀਂ ਹੁੰਦੀ ਗੀ। ਪਰ ਜੇ ਤੁਸੀਂ 20 ਸਾਲ ਦੇ ਬੱਚੇ ਨੂੰ ਵੀ ਜ਼ਿੰਮੇਵਾਰੀ ਨਹੀਂ ਦੇ ਰਹੇ, ਇਹਦਾ ਮਤਲਬ ਉੱਥੇ ਡਿਸਫੰਕਸ਼ਨ, ਕਿਉਂਕਿ ਉਹ ਚੱਕ ਸਕਦਾ ਵਾ। ਉਹਨਾਂ ਦੇ ਸਵਾਲ ਦਾ ਜਵਾਬ ਦਿਓ ਵੀ ਦੋ ਬੱਚੇ ਜਿਹੜੇ ਦੋ ਪਰਿਸਥਿਤੀਆਂ 'ਚ ਵੱਖ-ਵੱਖ 'ਚ ਪਲ ਰਹੇ ਆ, ਸਟਰੋਂਗ ਕਿਹੜਾ ਹੋਏਗਾ? ਐਂਡ ਆਫ ਕੋਰਸ ਜਿਹੜਾ ਸਟਰੋਂਗ ਉਹੀ ਹੋਊਗਾ ਜਿਹਨੂੰ ਇਮੋਸ਼ਨਲੀ ਅਵੇਲੇਬਲ ਪੇਰੈਂਟਸ ਮਿਲ ਰਹੇ ਨੇ। ਜਿਹੜਾ ਇਮੋਸ਼ਨਲੀ ਜਿਹਦੇ ਪੇਰੈਂਟਸ ਟਿਊਨ ਆ ਉਹਦੇ ਨਾਲ, ਉਹਦੀ ਜਿਹੜੀ ਪਰਸਨੈਲਿਟੀ ਆ, ਉਹਦੀ ਜਿਹੜਾ ਇਮੋਸ਼ਨਲ ਡਿਵੈਲਪਮੈਂਟ ਆ, ਉਹ ਮਚ ਸਟੇਬਲ ਹੋਗੀ ਦੂਸਰੇ। ਸ਼ਾਇਦ ਤੁਸੀਂ ਉਹਨਾਂ ਦੀ ਗੱਲ ਸਮਝ ਗਏ ਹੋ। ਉਹ ਸਮਝਦੇ ਨੇ ਵੀ ਦੁੱਖ ਦਾਰੂ ਆ, ਤਕੜਾ ਕਰਦਾ ਹੈ ਬੰਦੇ ਨੂੰ ਦੁੱਖ। ਐਂਡ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ 5 ਸਾਲ ਦੇ ਬੱਚੇ ਦਾ ਜਿਵੇਂ ਜਿਹੜੀ ਸਾਡੀ ਇਨਸਾਨੀਅਤ ਆ, ਇਸ ਛੋਟੇ ਬੱਚੇ ਨੂੰ 19-20 ਸਾਲ ਤੱਕ ਇੱਕ ਮਾਪੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਕਿ ਤੂੰ ਹੱਥ ਫੜ ਕੇ ਇਹਦਾ ਕਰਨਾ ਵਾ। ਕਿਉਂ ਦਿੱਤੀ ਜਾਂਦੀ? ਕਿਉਂਕਿ ਉਹਦਾ ਆਪਦਾ ਦਿਮਾਗ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਹੁੰਦਾ। ਵਰਨਾ ਤਾਂ ਤੁਸੀਂ ਦੇਖੋ ਜਾਨਵਰ ਦੇ ਬੱਚੇ ਤਾਂ 4-5 ਮਹੀਨਿਆਂ ਦੇ ਵਿੱਚ ਆਪਦੇ ਆਪ ਉੱਡਣ ਲੱਗ ਜਾਂਦੇ ਜਾਂ ਤੁਰਨ ਲੱਗ ਜਾਂਦੇ, ਕੋਈ ਉਹਨਾਂ ਦੇ। ਪਰ ਸਾਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਗਈ ਆ। ਕਿਉਂ? ਕਿਉਂਕਿ ਉਸ ਬੱਚੇ ਦਾ ਨਰਵਸ ਸਿਸਟਮ, ਉਸ ਬੱਚੇ ਦਾ ਦਿਮਾਗ ਡਿਵੈਲਪ ਨਹੀਂ ਹੋਇਆ ਹੁੰਦਾ ਗਾ ਉਸ ਏਜ ਤੱਕ। ਸੋ ਉਹੀ ਬੱਚਾ ਦਾ ਜਿਹੜਾ ਇਮਿਊਨ ਸਿਸਟਮ ਆ, ਮਾਨਸਿਕ ਇਮਿਊਨ ਸਿਸਟਮ, ਉਹੀ ਤਾਕਤਵਰ ਹੋਊਗਾ ਜਿੱਥੇ ਇਮੋਸ਼ਨਲੀ। ਐਂਡ ਇਹਦਾ ਮਤਲਬ ਇਹ ਨਹੀਂ ਮਿਸਟਰ ਥਿੰਡ ਕਿ ਜਿਸ ਪਰਿਵਾਰ ਦੇ ਵਿੱਚ ਮਾਂ ਬਾਪ ਇਮੋਸ਼ਨਲੀ ਟਿਊਨ ਆ, ਉੱਥੇ ਦੁੱਖ ਨਹੀਂ ਆਇਆ ਹੋਊਗਾ ਕੋਈ। ਉੱਥੇ ਲੋਕਾਂ ਨੂੰ ਦੁੱਖ ਸਹਿਣਾ ਜਾਂ ਦੁੱਖ ਹੈਂਡਲ ਕਰਨਾ ਬੈਟਰ ਆਉਂਦਾ ਹੋਊਗਾ। ਉੱਥੇ ਉਹ ਲੋਕੀ ਦੁੱਖ ਦੇ ਵਿੱਚ ਵਿਚਰ ਬੈਟਰ ਸਕਦੇ ਹੋਣਗੇ। ਹੁਣ ਇੱਕ ਟੈਕਸਟ ਮੈਸੇਜ ਆਇਆ ਕਿ ਆਈ ਐਗਰੀ ਦੈਟ ਚਾਈਲਡਹੁੱਡ ਟਰਾਮਾ ਅਫੈਕਟ ਇਜ਼ ਬਿਗ ਟਾਈਮ। ਮੈਂ 42 ਸਾਲ ਦੀ ਔਰਤ ਹਾਂ ਅਤੇ ਮੈਂ ਹਾਲੇ ਵੀ ਕਈ ਗੱਲਾਂ ਸੋਚ ਕੇ ਰੋਣ ਲੱਗ ਪੈਂਦੀ ਹਾਂ। ਜਦੋਂ ਇਹ ਪ੍ਰੋਗਰਾਮ ਸਟਾਰਟ ਹੋਇਆ, ਮੈਂ ਉਦੋਂ ਵੀ ਰੋ ਰਹੀ ਸਾਂ ਜਦੋਂ ਇਹ ਟਰਾਮੇ ਦੀ ਗੱਲ ਹੀ ਚੱਲੀ ਆ। ਉਹਨਾਂ ਨੂੰ ਕੀ ਕਹੋ? ਜੀ ਹਾਂ, ਇਟ ਇਜ਼, ਜਿਵੇਂ ਅਸੀਂ ਪਹਿਲਾਂ ਵੀ ਕਿਹਾ, ਇਹ ਬਹੁਤ ਔਖਾ ਟੌਪਿਕ ਆ ਐਂਡ ਇਹ ਸਾਡੀਆਂ ਭਾਵਨਾਵਾਂ ਜਗਾ ਸਕਦਾ ਵਾ। ਸੋ ਆਪਦੀ ਮਾਨਸਿਕ ਸੇਫਟੀ ਲੈ ਕੇ ਚੱਲੋ। ਮੇਕ ਸ਼ੋਰ ਤੁਹਾਡੇ ਕੋਲ ਉਹ ਜਾਂ ਕੋਈ ਰਿਸ਼ਤਾ ਹੋਵੇ ਨੇੜੇ ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹੋਵੋ। ਪਰ ਜੀ ਹਾਂ, ਐਗਜ਼ੈਕਟਲੀ ਜਿਵੇਂ ਤੁਸੀਂ ਕਿਹਾ ਗਾ ਕਿ ਜਿਹੜੀਆਂ ਬਚਪਨ ਦੀਆਂ ਭਾਵੁਕ ਜਿਹੜੀਆਂ ਯਾਦਾਂ ਸਾਡੀਆਂ ਤਾਜ਼ਾ ਹੋ ਜਾਂਦੀਆਂ ਵਾ। ਐਂਡ ਐਂਡ ਇੱਕ ਦਿਨ ਦਾ ਹੈ ਨਹੀਂ ਗਾ, ਜਿਵੇਂ ਪਿਛਲੇ ਕਾਲਰ ਨੇ ਵੀ ਪੁੱਛਿਆ ਸੀਗਾ ਵੀ ਕਿੰਨਾ ਕੁ ਟਾਈਮ ਲੱਗਦਾ। ਦੇਖੋ 20 ਸਾਲ ਦਾ ਕੋਈ ਡੈਮੇਜ ਕੀਤਾ ਹੋਇਆ ਇੱਕ ਦਿਨ ਦੇ ਵਿੱਚ ਸਾਡੇ ਕੋਲ ਕੋਈ ਗੋਲੀ ਨਹੀਂ ਆ ਸਕਦੀ ਜਿਹੜਾ 20 ਸਾਲ ਦਾ ਡੈਮੇਜ ਜਾਂ 30 ਸਾਲ ਦਾ ਸਾਡਾ ਡੈਮੇਜ ਠੀਕ ਕਰ ਦੇਵੇ। ਇੱਕ ਰੋਜ਼ ਨਾਤੇ ਦੀ ਪ੍ਰੈਕਟਿਸ ਆ, ਇੱਕ ਰੋਜ਼ ਨਾਤੇ ਦੀ ਪ੍ਰੈਕਟਿਸ ਆ ਕਿ ਅਸੀਂ ਰੋਜ਼ ਨਾਤੇ ਦੀ ਪ੍ਰੈਕਟਿਸ ਕਰਕੇ ਆਪਦੇ ਜਿਹੜੇ ਦਿਮਾਗ ਦੀ ਵਾਇਰਿੰਗ ਆ ਉਹ ਬਦਲ ਸਕਦੇ ਹਾਂ। ਦੇਖੋ ਬਲਵਿੰਦਰ ਜੀ, ਇੱਕ ਪਾਸੇ ਤੁਸੀਂ ਇਹ ਗੱਲ ਦੱਸ ਰਹੇ ਹੋ ਕਿ ਪਹਿਲਾਂ ਵੀ ਤੁਸੀਂ ਇਹੀ ਕਹੀ ਸੀ, ਹੁਣ ਵੀ ਤੁਸੀਂ ਕਹੀ ਹੈ ਕਿ ਕੋਈ ਐਸਾ ਰਿਸ਼ਤਾ ਕਾਇਮ ਕਰੋ ਜਿੱਥੇ ਲੋਕ ਤੁਹਾਡੇ 'ਤੇ ਭਰੋਸਾ ਕਰਨ, ਕੰਪੈਸ਼ਨੇਟ ਰਿਸ਼ਤਾ ਹੋਵੇ, ਪਿਆਰ ਮੁਹੱਬਤ ਦਾ ਰਿਸ਼ਤਾ ਹੋਵੇ, ਉਹ ਤੁਹਾਡੀ ਕਦਰ ਕਰਨ, ਤੁਹਾਡੇ ਭਾਵਨਾਵਾਂ ਦੀ ਵੈਲਿਊ ਹੋਵੇ ਉਹਨਾਂ ਦੇ ਮਨ ਦੇ ਵਿੱਚ। ਇਸ ਤਰ੍ਹਾਂ ਦਾ ਰਿਸ਼ਤਾ ਕਾਇਮ ਕਰੋ। ਹੁਣ ਜਿਹੜੇ ਇਹ ਲੋਕ ਨੇ 35, 40, 42 ਸਾਲ ਦੇ ਲੋਕ, ਜਿਹਨਾਂ 'ਚ ਮੋਸਟਲੀ ਰਿਸ਼ਤੇ ਉਹਨਾਂ ਦੇ ਕਾਇਮ ਹੋ ਚੁੱਕੇ ਨੇ। ਇਨ ਏ ਵੇ ਮਨੋਵਿਗਿਆਨਕ ਤੌਰ 'ਤੇ ਤੁਸੀਂ ਇਹ ਗੱਲ ਠੀਕ ਕਹਿ ਰਹੇ ਹੋ, ਪਰ ਮੈਂ ਸਮਾਜਿਕ ਤੌਰ 'ਤੇ ਦੇਖ ਰਿਹਾ ਤੁਸੀਂ ਤਾਂ ਇਨਫਿਡੈਲਿਟੀ ਨੂੰ ਸੱਦਾ ਦੇ ਰਹੇ ਹੋ। ਇਸ ਤਰ੍ਹਾਂ ਦੇ ਰਿਸ਼ਤੇ ਤਾਂ ਉੱਥੇ ਹੀ ਪੈਦਾ ਹੁੰਦੇ ਨੇ ਆਮ ਤੌਰ ਦੇ ਉੱਤੇ ਜਿੱਥੇ ਪਿਆਰ ਮੁਹੱਬਤ ਹੋ ਜਾਂਦਾ, ਔਰ ਉਹਦੇ ਨਾਲ ਸਮਾਜ ਇਹ ਕਹਿ ਰਿਹਾ ਕਿ ਉਹ ਇਹ ਤਾਂ ਇਨਫਿਡੈਲਿਟੀ ਹੈ, ਇਹ ਤਾਂ ਬਿਲਕੁਲ ਪਾਪ ਘੋਰ ਅਨਿਆਏ ਕਰ ਰਹੇ ਹੋ ਤੁਸੀਂ। ਇਹੋ ਜਿਹੇ ਰਿਸ਼ਤੇ ਪੈਦਾ ਕਰ ਰਹੇ ਹੋ ਜਿਹਦੇ 'ਚ ਤੁਸੀਂ ਖੁੱਲ੍ਹ ਲੈਣਾ ਚਾਹੁੰਦੇ ਹੋ,
ਜਿੱਥੇ ਤੁਹਾਨੂੰ ਆਜ਼ਾਦੀ ਵੀ ਹੋਵੇ, ਤੁਹਾਡੀ ਆਪਣੀ ਸਪੇਸ ਵੀ ਹੋਵੇ, ਪਿਆਰ ਵੀ ਹੋਵੇ, ਕੰਪੈਸ਼ਨ ਵੀ ਹੋਵੇ। ਇਹੋ ਜਿਹੇ ਰਿਸ਼ਤੇ ਤਾਂ ਨਾਜਾਇਜ਼ ਨੇ। ਦੇਖੋ, ਜਦੋਂ ਵੀ ਕੋਈ ਆਪਾਂ ਰਿਸ਼ਤੇ ਦੀ ਗੱਲ ਕਰਦੇ ਨਾ, ਸਾਡਾ ਅਸੀਂ ਕਲਚਰਲੀ ਉਸ ਚੀਜ਼ 'ਤੇ ਅਸੀਂ ਉਸ ਰਿਸ਼ਤੇ 'ਤੇ ਚਲੇ ਜਾਂਦੇ। ਰਿਸ਼ਤੇ ਦਾ ਮਤਲਬ ਇਹ ਨਹੀਂ ਕਿ ਆਦਮੀ ਅਤੇ ਔਰਤ ਦਾ ਹੀ ਰਿਸ਼ਤਾ ਹੋਵੇ, ਐਂਡ ਕਈ ਤਾਂ ਆਦਮੀ ਔਰਤ ਦੇ ਰਿਸ਼ਤੇ ਵੀ ਫੰਕਸ਼ਨਲ ਨਹੀਂ ਹੁੰਦੇ ਗੇ। ਰਿਸ਼ਤੇ ਦਾ ਮਤਲਬ ਹੈ ਉਹ ਤੁਹਾਡਾ ਦੋਸਤ ਹੋ ਸਕਦਾ ਵਾ, ਉਹ ਤੁਹਾਡਾ ਇੱਕ ਜਿਵੇਂ ਮੈਂ ਕਿਹਾ ਕਾਉਂਸਲਰ, ਕਿਸੇ ਵੀ ਇੱਕ ਫੀਮੇਲ ਦਾ ਫੀਮੇਲ ਦੋਸਤ ਹੋ ਸਕਦਾ, ਇੱਕ ਮੇਲ ਦਾ ਮੇਲ ਦੋਸਤ ਹੋ ਸਕਦਾ। ਜ਼ਰੂਰੀ ਨਹੀਂ ਤੁਸੀਂ ਆਪਦੀ ਮੈਰਿਜ ਤੋਂ ਬਾਅਦ ਜਾ ਕੇ ਰਿਸ਼ਤਾ ਇੱਦਾਂ ਦਾ ਕੁਛ ਲੱਭਣਾ ਵਾ। ਇੱਕ ਤੁਹਾਡੇ ਕਜ਼ਨ ਦਾ ਜਾਂ ਕੋਈ ਇਨਸਾਨ ਇਹੋ ਜਿਹਾ ਹੋਵੇ। ਐਂਡ ਅਕਸਰ ਜਿਹੜੇ ਲੋਕਾਂ ਨੂੰ ਟਰਾਮਾ ਹੋਇਆ ਹੁੰਦਾ, ਉਹਨਾਂ ਨੂੰ ਰਿਸ਼ਤਿਆਂ 'ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਵਾ, ਕਿਉਂਕਿ ਉਹਨਾਂ ਦਾ ਵਿਸ਼ਵਾਸ ਬਚਪਨ ਦੇ ਵਿੱਚ ਰਿਸ਼ਤਿਆਂ ਤੋਂ ਟੁੱਟਿਆ ਹੁੰਦਾ ਵਾ। ਸੋ ਇਹ ਰਿਸ਼ਤੇ ਨੂੰ ਤੁਸੀਂ ਇੱਦਾਂ ਨਾ ਸਮਝੋ ਕਿ ਜੇ ਤੁਸੀਂ ਮੈਰਿਡ ਹੋ ਤਾਂ ਤੁਸੀਂ ਕੋਈ ਹੋਰ ਕਰਨਾ ਵਾ। ਇਹਦਾ ਮਤਲਬ ਕੋਈ ਦੋਸਤ ਦਾ ਰਿਸ਼ਤਾ ਹੋਵੇ। ਐਂਡ ਪਹਿਲਾਂ ਮੈਂ ਤੁਹਾਨੂੰ ਇੱਕ ਰਾਏ ਦਊਂਗੀ ਕਿ ਤੁਸੀਂ ਇੱਕ ਕਾਉਂਸਲਿੰਗ ਸੈਸ਼ਨਸ ਦੇ ਵਿੱਚ ਜਾ ਕੇ ਆਪਦੇ ਆਪ 'ਚ ਡਿਸਫੰਕਸ਼ਨਸ ਦੇਖੋ ਕਿ ਕਿੱਥੇ ਮੈਨੂੰ ਪ੍ਰੋਬਲਮ ਆ ਰਹੀ ਹੈ ਰਿਸ਼ਤਾ ਕ੍ਰੀਏਟ ਕਰਨ ਦੀ। ਸੇਮ ਸੈਕਸ ਰਿਸ਼ਤੇ ਪੈਦਾ ਕੀਤੇ ਜਾ ਸਕਦੇ। ਤੁਸੀਂ ਜਿਸ ਇਨਸਾਨ ਨਾਲ ਰਹਿ ਰਹੇ ਹੋ ਉਹਦੇ ਨਾਲ ਵੀ ਤੁਸੀਂ ਰਿਸ਼ਤਾ ਬਣਾ ਸਕਦੇ ਹੋ ਸਕਦਾ ਤੁਹਾਡੇ ਤੋਂ ਵਿਸ਼ਵਾਸ ਨਾ ਹੋ ਸਕਦਾ ਹੋਵੇ ਉਸ ਰਿਸ਼ਤੇ 'ਚ, ਹੋ ਸਕਦਾ ਰਿਸ਼ਤਾ ਤੁਹਾਡੇ ਕੋਲ ਹੋਵੇ, ਨੇੜੇ ਹੋਵੇ। ਐਂਡ ਕਈ ਮੈਂ ਜਦੋਂ ਕਪਲ ਕਾਉਂਸਲਿੰਗ ਵੀ ਕਰਦੀ ਹਾਂ, ਕਾਉਂਸਲਿੰਗ ਤੋਂ ਬਾਅਦ ਉਹਨਾਂ ਦੇ ਰਿਸ਼ਤੇ ਫੰਕਸ਼ਨਲ ਹੋ ਜਾਂਦੇ। ਉਹੀ ਲੋਕ ਆ ਜਿਹੜੇ ਆਪਸ 'ਚ ਰਹਿੰਦੇ ਆ। ਜੇ ਤੁਹਾਡੀ ਗੱਲ ਮੰਨਦੇ ਆ ਤਾਂ ਫਿਰ ਮਾਂ ਪਿਓ ਨਾਲੋਂ ਹੋਰ ਕਿਹੜਾ ਨੇੜੇ ਹੋ ਸਕਦਾ? ਭਾਈ ਸਾਹਿਬ ਨੇ ਜਿਹੜੀ ਪ੍ਰੋਬਲਮ ਦੱਸੀ ਆ, ਮਾਂ ਪਿਓ ਤਾਂ ਭਰੋਸਾ ਨਹੀਂ ਕਰਦੇ ਉਹਦੇ 'ਤੇ। ਕਿੱਥੇ ਚੱਲਿਆ, ਕਿੱਥੋਂ ਆਇਆ, ਇੰਨਾ ਕਿਵੇਂ ਲੇਟ ਹੋ ਗਿਆ, ਇਹ ਉਹ। ਅਤੇ 50 ਸਾਲ ਦੇ ਬੰਦੇ ਨੂੰ ਜਦੋਂ ਪੇਰੈਂਟਸ ਇੰਨਾ ਹੀ ਭਰੋਸਾ ਨਹੀਂ ਕਰ ਸਕਦੇ, ਉਹ ਡੈਫੀਨਿਟਲੀ ਇਜ਼ ਗੋਇੰ ਟੂ ਲੁੱਕ ਫॉर ਸਮਬਡੀ ਐਲਸ। ਖੈਰ, ਅਗਲੇ ਸਾਡੇ ਕਾਲਰ ਨੇ ਹਰਦੀਪ ਜੀ। ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਾਈ ਜੀ ਇੱਕ ਜਿਹੜਾ ਪਿਛਲੇ ਬਾਈ ਜੀ ਨੇ ਸਵਾਲ ਪੁੱਛਿਆ ਸੀਗਾ ਕਾਲਰ ਨੇ, ਉਹਨਾਂ ਦਾ ਜਿਹੜਾ ਭੈਣ ਜੀ ਨੇ ਜਵਾਬ ਦਿੱਤਾ, ਉਹ ਤੇ ਮੈਂ ਥੋੜਾ ਜਿਹਾ ਡਿਸਐਗਰੀ ਕਰਦਾ ਭੈਣ ਜੀ ਨਾਲ। ਦੱਸੋ। ਤੇ ਕਿਉਂਕਿ ਆਪਾਂ ਨਾਰਮਲੀ ਆਪਾਂ ਆਮ ਜ਼ਿੰਦਗੀ ਦੇਖੀਏ, ਜਿਹੜੇ ਬੰਦੇ ਨੇ ਠੋਕਰਾਂ ਖਾਧੀਆਂ ਹੋਣ ਉਹਨੂੰ ਪਤਾ ਹੁੰਦਾ ਵੀ ਮੈਂ ਅੱਗੇ ਕੀ ਕਰਨਾ ਕੀ ਨਹੀਂ ਕਰਨਾ। ਤੇ ਦੂਜੀ ਗੱਲ, ਜਿਹੜਾ ਕਾਉਂਸਲਿੰਗ ਦਾ ਕੰਸੈਪਟ ਹੈ, ਜਾਂ ਇੱਕ ਟੈਨਸ਼ਨ ਦਾ ਕੰਸੈਪਟ ਹੈ, ਜਾਂ ਇੱਕ ਹਾਈਪਰਟੈਂਸ਼ਨ, ਜਿਵੇਂ ਲੋਕਾਂ ਨੂੰ ਇੱਥੇ ਪ੍ਰੋਬਲਮਸ ਜਿਹੜੀਆਂ ਆਮ ਹੁੰਦੀਆਂ, ਇਹ ਚੀਜ਼ਾਂ ਇੰਡੀਆ ਦੇ ਵਿੱਚ ਕਿਉਂ ਨਹੀਂ ਹੁੰਦੀਆਂ ਜੀ? ਇੱਥੇ ਆ ਕੇ ਹੀ ਸਟ੍ਰੈਸ ਕਿਉਂ ਵੱਧ ਜਾਂਦਾ ਹੈ? ਜਾਂ ਸਾਡੇ ਬਜ਼ੁਰਗਾਂ ਦੀਆਂ ਹੋਰ ਉਹਨਾਂ ਨੇ ਵੀ ਇਸ ਤਰ੍ਹਾਂ ਮੁਸ਼ਕਲਾਂ ਝੇਲੀਆਂ ਨੇ। ਤੁਸੀਂ ਦੱਸ ਰਹੇ ਸੀ ਕੁਛ, ਮੈਨੂੰ ਦੱਸੋ ਜ਼ਰਾ ਦੁਬਾਰਾ। ਹਾਂਜੀ, ਜਿਵੇਂ ਸੌਰੀ, ਇੱਕ ਮੈਂ ਉਹ ਵੀ ਕਵਰ ਕਰੂੰਗੀ ਵਾਪਸ ਆ ਕੇ, ਜਿਹੜਾ ਠੋਕਰਾਂ ਵਾਲਾ ਮੈਨੂੰ ਯਾਦ ਕਵਰ ਉੱਪਰ ਲੈ ਜਾਂਦੇ ਆ। ਸੋ ਜੀ ਹਾਂ, ਜਿਵੇਂ ਸਾਡੇ ਜਿਹੜੇ ਪਿੱਛੇ ਕਲਚਰਲੀ ਅਸੀਂ ਦੇਖਿਆ, ਅਤੇ ਸਾਡੀ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਬਾਹਰ ਦੇ ਲੈਵਲ 'ਤੇ ਜ਼ਿਆਦਾ ਸੇਫ ਆ, ਜਿਹੜਾ ਕਿ ਸਾਡੇ ਦਾਦਾ ਜੀ ਜਾਂ ਉਹਨਾਂ ਤੋਂ ਤਾਂ ਜ਼ਿਆਦਾ ਹੀ ਇੰਨੀਆਂ ਟਰੋਮੇ ਦੇ ਵਿੱਚ ਪੈਦਾ ਹੋਏ ਸੀ। ਐਂਡ ਉਦੋਂ ਕੀ ਸੀ, ਸੋ ਉਦੋਂ ਵੀ ਜਿਹੜੀਆਂ ਕਈ ਸਾਡੇ ਨਾ ਕਲਚਰ ਦੇ ਵਿੱਚ ਚੀਜ਼ਾਂ ਸੀ ਜਿਹੜੀ ਮਾਨਸਿਕ ਸਾਡੀ ਸਥਿਤੀ ਨੂੰ ਠੀਕ ਰੱਖਦੀਆਂ ਸੀ। ਫੋਰ ਐਗਜ਼ਾਮਪਲ, ਇੱਕ ਕਮਿਊਨਿਟੀ ਸੀ। ਹੁਣ ਉਹਨਾਂ ਨੇ ਸਰਵੇ ਕੀਤਾ, ਪਹਿਲਾਂ ਉਹ ਕਹਿੰਦੇ ਹਰ ਘਰ ਦੇ ਵਿੱਚ 5 ਜਾਣੇ ਹੁੰਦੇ ਸੀਗੇ, ਤੇ ਹੁਣ 3 ਜਾਣੇ ਰਹਿ ਗਏ। ਤੇ ਉਹ ਟਾਈਮ ਵੀ ਦੂਰ ਨਹੀਂ ਜਿਸ ਦਿਨ ਉਹ ਕਹਿੰਦੇ 1 ਜਾਣਾ ਰਹਿ ਜਾਊਗਾ, ਕਿਉਂਕਿ ਸਾਡਾ ਕਮਿਊਨਿਟੀ ਦਾ ਸੈਂਸ ਵੀ ਘੱਟ ਰਿਹਾ ਨਾ। ਐਂਡ ਉਹਨਾਂ ਕਲਚਰਾਂ ਦੇ ਵਿੱਚ, ਜਿਵੇਂ ਤੁਸੀਂ ਪਿੱਛੇ ਦੇਖਦੇ ਹੋ, ਇੱਕ ਕਮਿਊਨਿਟੀ ਸੈਂਸ ਹੁੰਦਾ ਸੀ, ਲੋਕ ਰਲ ਕੇ ਕੰਮ ਕਰਦੇ ਸੀ। ਐਂਡ ਉਹ ਮਾਨਸਿਕ ਸਥਿਤੀ ਨੂੰ ਕਿਤੇ ਨਾ ਕਿਤੇ ਸਾਡੀ ਨੂੰ ਠੀਕ ਰੱਖਦਾ ਸੀ, ਕਿਉਂਕਿ ਲੋਕ ਇਕੱਲੇਪਣ 'ਚ ਨਹੀਂ ਸੀ ਹੁੰਦੇਗੇ। ਚੀਜ਼ਾਂ ਗਰੁੱਪ 'ਚ ਰਹਿੰਦੇ ਸੀ, ਚੀਜ਼ਾਂ ਸ਼ੇਅਰ ਕਰਦੇ ਸੀਗੇ, ਇੱਕ ਦੂਜੇ ਦਾ ਕੰਮ ਨਾਲ ਕਰਵਾਉਂਦੇ ਸੀਗੇ, ਇੱਕ ਦੂਜੇ ਦੀ ਹੈਲਪ ਕਰਵਾਉਂਦੇ ਸੀ। ਸੋ ਕਮਿਊਨਿਟੀ ਸੈਂਸ ਸੀ। ਦੂਸਰਾ ਮਿਸਟਰ ਤਿੰਡ, ਕਿ ਅਸੀਂ ਹੁਣ ਕੁਦਰਤ ਤੋਂ ਬਹੁਤ ਦੂਰ ਆ, ਸਾਡਾ ਖਾਣਾ ਵੀ ਮਸ਼ੀਨੀ ਖਾਣਾ। ਅਸੀਂ ਉਦੋਂ ਲੋਕ ਪੌਦਿਆਂ ਤੋਂ ਆਪਦੀ ਸਬਜ਼ੀ ਤੋੜਦੇ ਹੁੰਦੇ ਸੀ, ਫਲ ਤੋੜਦੇ ਹੁੰਦੇ ਸੀ, ਅਤੇ ਉਹੀ ਖਾ ਲੈਂਦੇ ਸੀ। ਪਰ ਸਾਡਾ ਤਾਂ ਹੁਣ ਪੌਦਿਆਂ ਤੋਂ ਬਾਅਦ ਕਿੰਨੀਆਂ ਮਸ਼ੀਨਾਂ ਦੇ ਵਿੱਚ ਖਾਣਾ ਜਾਂਦਾ, ਅਤੇ ਫਿਰ ਸਾਡੇ ਸਟਮਕ ਦੇ ਵਿੱਚ ਪ੍ਰੋਸੈਸਡ ਫੂਡ ਹੁੰਦਾ ਵਾ। ਸੋ ਕਿਤੇ ਨਾ, ਐਂਡ ਤੁਸੀਂ ਕਦੇ ਸੁਣਿਆ ਹੋਊਗਾ ਮੇ ਬੀ, ਜਿਹੜੀ ਥੈਰੇਪੀ ਉਹ ਕਹਿੰਦੇ ਬੇਅਰ ਫੀਟ ਕਰੋ, ਨੰਗੇ ਪੈਰ ਤੁਰੋ। ਉਹਦਾ ਮਤਲਬ ਕੀ ਹੈ ਕਿ ਧਰਤੀ ਦੇ ਨਾਲ, ਨੇਚਰ ਦੇ ਨਾਲ ਕਨੈਕਟ ਰਹੋ, ਕਿਉਂਕਿ ਉਹਦੇ ਨਾਲ ਤੁਹਾਡੀ ਜਿਹੜੀ ਨਰਵਸ ਸਿਸਟਮ ਉਹ ਸੂਦ ਕਰਦਾ ਵਾ, ਉਹਦੇ ਵਿੱਚ ਉਹ ਮਿਲਦੀ ਹੈ। ਐਂਡ ਬਾਕੀ ਮਿਸਟਰ ਥਿੰਡ, ਜਿਵੇਂ ਫੋਰ ਐਗਜ਼ਾਮਪਲ ਸਾਡੇ ਤੁਸੀਂ ਵੇਖ ਸਕਦੇ ਹੋ ਫੋਕ ਡਾਂਸ ਕਲਚਰ, ਡਾਂਸ ਸਾਨੂੰ ਹੀਲ ਕਰਦਾ ਅੰਦਰੋਂ। ਜਦੋਂ ਅਸੀਂ ਡਾਂਸ ਕਰਦੇ ਨਾ, ਸਾਨੂੰ ਅੰਦਰੋਂ ਅਸੀਂ ਠੀਕ ਹੁੰਦੇ ਹਾਂ। ਐਂਡ ਉਹ ਤੁਸੀਂ ਦੇਖੋ ਕਲਚਰ, ਜਿਹੜੇ ਸਾਡੇ ਗਿੱਧਾ ਭੰਗੜਾ ਕਿਉਂ ਬਣਾਏ ਗਏ ਸੀ, ਇਹ ਅਲਾਈਵ ਕਰਦੇ ਸੀ ਲੋਕਾਂ ਨੂੰ, ਉੱਥੇ ਵੀ ਮਾਨਸਿਕਤਾ ਠੀਕ ਹੁੰਦੀ ਸੀ। ਅੱਜ ਵੀ ਜਦੋਂ ਕਈ ਵਾਰ ਤੁਸੀਂ ਦੇਖੋ ਕਿ ਉਹ ਰਿਦਮਿਕ ਪੈਟਰਨ ਆ, ਉਹ ਕਹਿੰਦੇ ਜਦੋਂ ਤੁਸੀਂ ਡਾਂਸ ਕਰਦੇ ਆ ਤੁਸੀਂ ਹੀਲ ਹੁੰਦੇ ਆ। ਕਈ ਥਾਵਾਂ 'ਤੇ ਤਾਂ ਹੁਣ ਸਟਾਰਟ ਵੀ ਹੋ ਚੁੱਕਿਆ ਵਾ ਕਿ ਇੱਕ ਤਰ੍ਹਾਂ ਦਾ ਯੋਗਾ ਕਰਦੇ ਆ ਕਿ ਮਾਨਸਿਕ ਸਿਹਤ ਨੂੰ ਠੀਕ ਰੱਖਣ ਵਾਸਤੇ ਹੁਣ ਡਾਂਸ ਕਲਾਸਿਸ ਲੱਗਦੀਆਂ ਵਾ, ਸੋ ਹੀਲ ਕਰਨ ਵਾ। ਬਾਕੀ ਮਿਸਟਰ ਥਿੰਡ, ਰਿਲੀਜੀਅਸ ਪ੍ਰੈਕਟਿਸਿਸ ਵੀ ਹੁੰਦੀਆਂ ਸੀ, ਜਿਹੜੀਆਂ ਕਿ ਅੱਜ ਸਾਡੇ 'ਚੋਂ
ਗਾਇਬ ਹੋ ਚੁੱਕੀਆਂ ਵਾ। ਐਂਡ ਉਹ ਰਿਲੀਜੀਅਸ ਪ੍ਰੈਕਟਿਸ ਐਂਡ ਉਹ ਵੈਲਿਊ ਸਿਸਟਮ ਸਾਡੀ ਮਾਨਸਿਕਤਾ ਨੂੰ ਠੀਕ ਰੱਖਦਾ ਸੀ, ਜਿਹੜੀਆਂ ਕਿ ਅੱਜ ਨਹੀਂ, ਆਈ ਮੀਨ ਅੱਜ ਉਹ ਡਿਸਅਪੀਅਰ ਹੋ ਰਹੀਆਂ। ਅੱਜ ਜੇ ਤੁਸੀਂ ਦੇਖੋ ਕਿ ਜਦੋਂ ਪਹਿਲਾਂ ਲੋਕਾਂ ਦੀ ਗ੍ਰੀਵਿੰਗ ਪ੍ਰੋਸੈਸ ਹੁੰਦੀ ਸੀ, ਕਿਸੇ ਦੀ ਡੈਥ ਹੋ ਜਾਂਦੀ ਸੀ, ਕਿੰਨੇ ਕਿੰਨੇ ਦਿਨ ਲੋਕ ਇੱਕ ਦੂਜੇ ਕੋਲ ਆ ਕੇ ਬੈਠਦੇ ਸੀ, ਕਿੰਨਾ ਕਿੰਨਾ ਦਿਨ, ਮਹੀਨਾ, ਕਈ ਵਾਰ 2 ਮਹੀਨੇ। ਤੁਸੀਂ ਆਮ ਕਈ ਵਾਰ ਹਿਸਟਰੀ ਮੈਂ ਪੜ੍ਹਦੀ ਹਾਂ, ਤੇ ਪਰ ਹੁਣ ਤਾਂ ਉਹ ਚੀਜ਼ 3 ਜਾਂ 4 ਦਿਨਾਂ 'ਚ ਖਤਮ ਹੋ ਜਾਂਦੀ ਆ। ਰਾਈਟ, ਪਰ ਗਰੀਫ ਵਾਲੇ ਤੁਹਾਡਾ ਉਸੇ ਤਰ੍ਹਾਂ ਹੀ ਹੁੰਦਾ। ਰਾਈਟ। ਅੰਗਰੇਜ਼ ਜੀ, ਹਾਂਜੀ, ਗੁੱਡ ਮਾਰਨਿੰਗ ਸਰ ਸਾਹਿਬ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਹਾਂਜੀ, ਇਹਨਾਂ ਦੇ ਸਵਾਲ ਨਾਲ ਮੈਂ ਵੀ ਡਿਸਐਗਰੀ ਹਾਂ, ਕਿਉਂਕਿ ਮੈਂ ਨਾ, ਜੇ ਐਗਜ਼ਾਮਪਲ ਦੇ ਮੈਂ ਤੁਹਾਨੂੰ, ਮੇਰੇ ਪਿੰਡ ਦੇ ਵਿੱਚ ਹੀ ਨਾ ਇੱਕ ਪਰਿਵਾਰ ਸੀਗਾ, ਉਹਨਾਂ ਦੇ 5 ਕੁੜੀਆਂ ਸੀਗੀਆਂ ਵੱਡੀਆਂ ਜੀ। ਉਹ 5 ਕੁੜੀਆਂ ਦੇ ਕਰਕੇ ਨਾ ਉਹਨਾਂ ਦਾ ਡੈਡੀ ਜਿਹੜਾ ਦਾਰੂ ਪੀਣ ਲੱਗ ਗਿਆ ਵੀ ਮੇਰੇ ਤਾਂ 5 ਕੁੜੀਆਂ ਹੋ ਗਈ, ਮੈਂ ਤਾਂ ਮੇਰੀ ਜ਼ਮੀਨ ਵੇਚ ਜਾਣਾ, ਮੈਂ ਕਰਜ਼ਾਈ ਰਹਿਣਾ, ਤੇ ਇਹਦਾ ਡਰ ਪੈਦਾ ਹੋ ਗਿਆ ਜੀ। ਉਹ ਟੈਨਸ਼ਨ ਲੈਣ ਲੱਗ ਗਿਆ ਜੀ। 5 ਕੁੜੀਆਂ ਦਾ ਉਹਨਾਂ ਦਾ ਇੱਕ ਬੱਚਾ ਹੋਇਆ ਜੀ। 5 ਕੁੜੀਆਂ ਦਾ ਜਿਹੜਾ ਬੱਚਾ ਹੋਇਆ, ਉਹਨੇ ਆਪਦੇ ਆਪ ਨੂੰ, ਉਹਨੂੰ ਕਈ ਲੋਕਾਂ ਨੇ ਕਿਹਾ, ਬੱਚਾ ਗਰੋ ਕੀਤਾ, ਵਧੀਆ ਹੈ ਨਾ, ਪੜ੍ਹਿਆ, ਚਲੋ ਉਹਨੂੰ ਬਹੁਤ ਲੋਕਾਂ ਨੇ ਕਹਿਣਾ ਵੀ ਆਪਦੇ ਡੈਡੀ ਨੂੰ ਸੁਧਾਰ। ਉਹਨੇ ਕੁਛ ਨਹੀਂ ਕੀਤਾ। ਉਹ ਕਹਿੰਦਾ ਵੀ ਡੈਡੀ ਨੂੰ ਸੁਧਾਰਨਾ ਹੀ, ਮੇਰੇ ਰਿਸ਼ਤੇਦਾਰ ਜਾਂ ਹੋਰ ਮੈਂ ਤੋਂ ਵੱਡੇ ਸੁਧਾਰ ਲੈਂਦੇ, ਡੈਡੀ ਤੋਂ ਮੈਂ ਬਹੁਤ ਛੋਟਾ ਗਾ। ਉਹਨੇ ਆਪਦੀ ਸਟੱਡੀ ਕਰਕੇ ਨਾ ਜੀ ਬਹੁਤ ਵਧੀਆ ਸਟੱਡੀ ਕੀਤੀ, ਮੁੰਡਾ ਤਗੜੀ ਪੋਸਟ ਤੇ ਲੱਗ ਗਿਆ ਜੀ। ਉਹ ਤਗੜੀ ਜਦੋਂ ਪੋਸਟ ਤੇ ਲੱਗ ਗਿਆ ਨਾ ਉਹ ਮੁੰਡਾ, ਉਹਦੇ ਡੈਡੀ ਨੇ ਆਟੋਮੈਟਿਕ ਦਾਰੂ ਪੀਣੀ ਛੱਡ ਦਿੱਤੀ। ਉਹਨੂੰ ਹੋ ਗਿਆ ਵੀ ਸਾਡਾ ਘਰ ਸਾਰਾ ਕਵਰ ਹੋ ਗਿਆ, ਵੀ ਜਿਹੜਾ ਮੇਰਾ ਡਰ ਸੀ ਉਹ ਚੱਕਿਆ ਗਿਆ, ਮੇਰੇ ਪੁੱਤ ਨੇ ਕਵਰ ਕਰ ਲਿਆ ਮੈਨੂੰ, ਹੈ ਨਾ। ਕਿਉਂਕਿ ਜੇ ਰਿਸ਼ਤੇ ਦੀ ਗੱਲ ਕਰੀਏ, ਹੁਣ ਆਪਾਂ ਜੇ ਰਿਸ਼ਤਾ ਲੱਭਣ ਲੱਗ ਗਏ, ਜੇ ਹੁਣ ਆਪਾਂ ਛੋਟੇ ਬਚਪਨ ਤੋਂ ਤਾਂ ਹੁੰਦਾ ਨਹੀਂ, ਤਾਂ ਬਾਅਦ ਦੇ ਵਿੱਚ ਵੀ ਹੋ ਸਕਦਾ ਗਾ। ਜੇ ਰਿਸ਼ਤੇ ਲੱਭਣ ਵੀ ਨਹੀਂ ਚੱਲ ਗਏ ਤਾਂ ਫਿਰ ਤਾਂ ਬੰਦਾ ਹੋਰ ਕਨਫਿਊਜ਼ ਹੋ ਵੀ ਰਿਸ਼ਤਾ ਕਿੱਥੋਂ ਲੱਭਿਆ। ਇਹ ਰਿਸ਼ਤਾ ਲੱਭਦਾ ਹੀ ਕਨਫਿਊਜ਼ ਹੋ ਜਾਣਾ ਬੰਦੇ ਨੇ। ਕਿਉਂਕਿ ਸਾਡੇ ਤਾਂ ਆਪਾਂ ਤਾਂ ਇਹ ਵੀ ਕਹਿਣੀ ਆ ਵੀ ਇੱਕ ਚੰਗੇ, ਜੇ ਆਪਾਂ ਜੇ ਇੱਕ ਆਦਮੀ ਔਰਤ ਦੀ ਗੱਲ ਕਰ ਲਾਂਗੇ ਤਾਂ ਲੋਕ ਤਾਂ, ਸਾਡਾ ਸਮਾਜ ਇਹ ਵੀ ਕਹਿ ਦਿੰਦਾ ਇੱਕ ਚੰਗਾ ਜਾਂ ਇੱਕ ਮਾੜੇ ਕੰਮ ਦੇ ਪਿੱਛੇ, ਮਰਦ ਦੀ ਕਾਮਯਾਬੀ ਪਿੱਛੇ ਵੀ ਔਰਤ ਦਾ ਹੱਥ ਹੁੰਦਾ ਜੀ। ਕਿਉਂਕਿ ਆਮ ਤੌਰ 'ਤੇ ਜਿਹੜੀ ਐਕਸਪਲੋਇਟੇਸ਼ਨ ਵੀ ਆਈ, ਈਵਨ ਬੰਦਾ ਬੰਦੇ ਨੂੰ ਜਾਂ ਲੇਡੀ ਨੂੰ ਵੀ ਆਪਣੇ ਸਹੇਲੀ ਜਾਂ ਦੋਸਤ ਬਣਾ ਲੈਂਦੇ ਆ, ਉਸ ਸਮੇਂ ਜਿਹੜੀ ਟਰਾਮੇ ਦੀ ਹਾਲਤ ਦੇ ਵਿੱਚ ਤੁਹਾਡੀ ਮਾਨਸਿਕ ਕਮਜ਼ੋਰੀ ਦਾ ਫਾਇਦਾ ਵੀ ਉਠਾ ਲੈਂਦੇ ਕਈ ਲੋਕ। ਉਸ ਸਮੇਂ ਤੁਹਾਨੂੰ ਨਵਾਂ ਰਿਸ਼ਤਾ ਕਾਇਮ ਕਰਨ ਦੀ, ਜਦ ਤੁਹਾਨੂੰ ਆਪਣੇ ਮਨ ਦੇ ਵਿੱਚ ਪੂਰਾ ਭਰੋਸਾ ਨਹੀਂ, ਔਰ ਯੂ ਆਰ ਲੁਕਿੰਗ ਫॉर ਸਮਬਡੀ ਟੂ ਲੀਨ ਔਨ, ਫਿਰ ਕਿਤੇ ਐਸਾ ਨਾ ਹੋਏ ਕਿ ਤੁਹਾਡੇ ਕਈ ਲੋਕਾਂ ਨੂੰ ਲੁੱਟਿਆ ਵੀ ਹੈ, ਠੱਗਿਆ ਵੀ ਹੈ, ਕਈਆਂ ਨੂੰ ਕਿਸੇ ਦੀ ਐਕਸਪਲੋਇਟ ਵੀ ਕੀਤਾ। ਜੀ ਹਾਂ ਮਿਸਟਰ ਥਿੰਡ। ਸੋ ਜਦੋਂ ਮੈਂ ਇੱਕ ਰਿਸ਼ਤਾ ਲੱਭਣ ਦੀ, ਮੈਂ ਆਈ ਥਿੰਕ ਜਿਹੜਾ ਕਨਸੈਪਟ ਆ ਉਹ ਮੇ ਬੀ ਅਸੀਂ ਡਿਫਰੈਂਟ ਤਰੀਕੇ ਨਾਲ ਲੈ ਰਹੇ ਹਾਂ। ਹੁੰਦਾ ਕੀ ਕਿ ਜਦੋਂ ਅਸੀਂ ਇੱਕ ਟਰਾਮੇ ਦੇ ਵਿੱਚੋਂ ਗੁਜ਼ਰੇ ਹਾਂ, ਅਸੀਂ ਇੱਕ ਰਿਸ਼ਤਿਆਂ ਦੇ ਵਿੱਚ ਆਪ ਡਿਸਫੰਕਸ਼ਨ ਹੋ ਜਾਂਦੇ ਹਾਂ। ਸਾਡਾ ਇਹ ਮਕਸਦ ਨਹੀਂ ਕਿ ਅਸੀਂ ਉੱਦਾਂ ਦਾ ਰਿਸ਼ਤਾ ਲੱਭਣਾ, ਅਸੀਂ ਆਪ ਵੀ ਬਦਲਣਾ ਆਪਦੇ ਵਿੱਚ ਕੁਛ। ਫੋਰ ਐਗਜ਼ਾਮਪਲ, ਜਿਵੇਂ ਮੈਂ ਤੁਹਾਨੂੰ ਇੱਕ ਬੱਚੇ ਦੀ ਝੂਠ ਵਾਲੀ ਐਗਜ਼ਾਮਪਲ ਦੱਸਦੀ ਹਾਂ। ਉਹਨੂੰ ਲੱਗਦਾ ਕਿ ਜਦੋਂ ਮੈਂ ਝੂਠ ਬੋਲਦਾ ਤੇ ਮੈਂ ਬਚ ਜਾਂਦਾ, ਤੇ ਜਦੋਂ ਮੈਂ ਸੱਚ ਬੋਲੂੰਗਾ ਤੇ ਮੈਂ ਫੜਿਆ ਜਾਊਂਗਾ। ਤੇ ਅੱਜ ਉਹਦਾ ਪਾਰਟਨਰ ਆ ਉਹਦੇ ਕੋਲੇ, ਤੇ ਉਹ ਝੂਠ ਬੋਲ ਰਿਹਾ ਵਾ। ਕਿਉਂਕਿ ਉਹਨੂੰ ਉਹੀ ਉਹਦੇ ਨਰਵਸ ਸਿਸਟਮ ਨੂੰ ਡਰ ਲੱਗ ਰਿਹਾ ਵਾ, ਆਦਤ ਬਣੀ ਵੀ ਆ, ਇਮੋਸ਼ਨਲ ਕੰਡੀਸ਼ਨਿੰਗ ਹੋਈ ਵੀ ਆ। ਐਂਡ ਤੁਸੀਂ ਦੇਖੋ ਕਿ ਇੱਥੇ ਹੁਣ ਜੇ ਪਾਰਟਨਰ ਨੂੰ ਬਦਲਣ ਦੀ ਲੋੜ ਆ ਜਾਂ ਉਹਨੂੰ ਬਦਲਣ ਦੀ ਲੋੜ ਆ, ਕਿਉਂਕਿ ਆਪ ਨਹੀਂ ਉਹ ਸੱਚ ਦੱਸ ਕੇ ਉਹ ਸੇਫ ਨਹੀਂ ਫੀਲ ਕਰ ਰਿਹਾ, ਉਹ ਕੰਫਰਟੇਬਲ ਨਹੀਂ ਫੀਲ ਕਰ ਰਿਹਾ ਸੱਚ ਦੱਸ ਕੇ। ਕਿਉਂਕਿ ਇੰਨੇ ਸਾਲ ਉਹਨੂੰ ਡਰ ਲੱਗਦਾ ਰਿਹਾ। ਸੋ ਆਈ ਮੀਨ ਜੇ ਕਾਉਂਸਲਿੰਗ ਦੇ ਦੌਰਾਨ ਉਹ ਦੱਸੇ ਤਾਂ ਉਹਨੂੰ ਆਪਦੇ ਵਿੱਚ ਹੋਊਗਾ ਕਿ ਮੈਂ ਇੱਕ ਉਹ ਜਿਹੇ ਰਿਸ਼ਤੇ 'ਚ ਸੱਚ ਦੱਸਾਂ ਜਿੱਥੇ ਮੈਨੂੰ ਮੂਹਰੋਂ ਝਿੜਕਣਾ ਪਵੇ। ਬਣਾਏ ਹੋਏ ਰਿਸ਼ਤੇ ਤੋਂ ਕਰ ਲੂਗਾ ਚੇਂਜ, ਪਰ ਜੇ ਮਾਂ ਪਿਓ ਹੀ ਸ਼ੱਕ ਕਰੀ ਜਾਂਦੇ ਆ, ਤੂੰ ਕਿੱਥੋਂ ਆਇਆ, ਕਿੱਥੇ ਜਾ, ਉਹਦੇ ਭਰੋਸਾ ਹੀ ਨਹੀਂ ਕਰ ਰਹੇ, ਉਹਨੂੰ ਉਹਦਾ ਜਿਉਣਾ ਹਰਾਮ ਕੀਤਾ ਪਿਆ, ਕਿਉਂਕਿ ਉਹ ਇੱਕੋ ਇੱਕ ਬੱਚਾ ਉਹਨਾਂ ਦਾ, ਉਹ ਵੀ ਆਪਣੀ ਥਾਂ 'ਤੇ ਠੀਕ ਨੇ ਔਰ ਇਨਸਿਕਿਉਰ ਨੇ, ਪ੍ਰੋਟੈਕਟ ਕਰਨਾ ਚਾਹੁੰਦੇ, ਓਵਰ ਪ੍ਰੋਟੈਕਟਿਵ ਨੇ, ਔਰ ਉਹ ਅੱਕ ਗਿਆ, ਮੇਰੀ ਤਾਂ ਸਪੇਸ ਹੀ ਖਤਮ, ਮੇਰੀ ਤਾਂ ਆਜ਼ਾਦੀ ਖਤਮ ਆ, ਇਹਨਾਂ ਨੇ ਤਾਂ ਮੇਰਾ ਜਿਉਣਾ ਮੁਹਾਲ ਕਰਤਾ, ਮੇਰੇ ਮਾਂ ਪਿਓ ਚੰਗੇ ਆਏ। ਹੁਣ ਇਸ ਹਿਸਾਬ ਦੇ ਨਾਲ ਤੁਸੀਂ ਆਪਣੇ ਮਾਤਾ ਪਿਤਾ ਦਾ ਜਿਹੜਾ ਕੁਦਰਤੀ ਰਿਸ਼ਤਾ ਉਹਨੂੰ ਕਿਵੇਂ ਡਰੋਪ ਕਰੋਗੇ? ਸੋ ਦੇਖੋ, ਰਿਸ਼ਤੇ ਨੂੰ ਡਰੋਪ ਨਹੀਂ ਕਰਨਾ। ਜਿਵੇਂ ਮਿਸਟਰ ਤਿੰਨ ਸਭ ਤੋਂ ਪਹਿਲੇ ਕਾਲਰ ਨੇ ਐਕਚੁਅਲੀ ਬਹੁਤ ਵਧੀਆ ਕੀਤੀ ਸੀ। ਸਾਡਾ ਮਕਸਦ ਅਸੀਂ ਕਹਾਣੀ ਨੂੰ ਪੜ੍ਹਨਾ ਵੀ ਇਹਦੇ ਪਿੱਛੇ ਕਹਾਣੀ ਕੀ ਸੀ। ਅਸੀਂ ਕਿਸੇ ਦਾ ਬਿਹੇਵੀਅਰ, ਫੋਰ ਐਗਜ਼ਾਮਪਲ ਇੱਕ ਝੂਠ ਵਾਲੇ ਇਨਸਾਨ ਨੂੰ ਦੇਖ ਕੇ ਇਹ ਕਹੀਏ ਕਿ ਨਹੀਂ ਇਹ ਤਾਂ ਝੂਠਾ ਵਾ, ਪਰ ਜੇ ਅਸੀਂ ਉਹਦੀ ਸਟੋਰੀ ਦੇ ਪਿੱਛੇ ਜਾਈਏ ਵੀ ਉਹਨੂੰ ਇਹੋ ਜਿਹਾ ਬਣਾਇਆ ਕਿਸ ਚੀਜ਼ ਨੇ, ਤੇ ਸਾਡੀ ਮਾਨਸਿਕ ਦਿਸ਼ਾ ਉਸ ਆਦਮੀ ਤੇ ਸਾਨੂੰ ਤਰਸ ਆਉਣ ਲੱਗ ਜਾਊਗਾ। ਰਾਈਟ। ਸੋ ਸਾਡਾ ਇਸ ਟਰਾਮਾ ਜਿਹੜਾ ਐਪੀਸੋਡ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਪਿੱਛੇ ਬੈਠੀ ਕਹਾਣੀ ਨੂੰ ਫੜੀਏ, ਜਾਂ ਅਸੀਂ ਇਨਸਾਨ ਨੂੰ ਬਲੇਮ, ਜਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਐਕਸਕਿਊਜ਼ ਯੂਜ਼ ਕਰ ਸਕਦੇ ਹੋ ਕਿ ਨਹੀਂ ਮੇਰੇ ਤਾਂ ਮਾਂ ਬਾਪ ਐਂ ਕਰਦੇ ਸੀ, ਮੈਨੂੰ ਝੂਠ ਬੋਲਣਾ ਤੇ ਮੈਂ ਤਾਂ ਨਹੀਂ ਕਰ ਸਕਦਾ ਹੁਣ। ਕਈ ਵਾਰ ਜਦੋਂ ਮੈਂ ਕਹਿੰਦੇ ਐਕਸਕਿਊਜ਼ ਨਹੀਂ ਅਸੀਂ ਬਣਾਉਣਾ, ਅਸੀਂ ਐਕਸਪਲੇਨੇਸ਼ਨ ਹੈ ਕਿ ਹਾਂ ਮੇਰੇ ਨਾਲ ਇਹ ਚੀਜ਼ ਹੋਈ ਸੀ ਤੇ ਤਾਂ ਮੈਂ ਹੋਈ। ਫੋਰ ਐਗਜ਼ਾਮਪਲ ਜਿਹੜੇ ਪਹਿਲੇ ਕਾਲਰ ਸੀ ਮਿਸਟਰ ਥਿੰਡ, ਉਹਨਾਂ ਨੇ ਆਪਦੇ ਪੇਰੈਂਟਸ ਦੀ ਹਿਸਟਰੀ ਦੇ ਵਿੱਚ ਐਕਚੁਅਲੀ ਬਹੁਤ ਵਧੀਆ ਚੀਜ਼, ਉਹਨਾਂ ਨੇ ਆਪਦੇ ਪੇਰੈਂਟਸ ਦੀ ਹਿਸਟਰੀ ਦੇ ਵਿੱਚ ਗਏ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਫਾਦਰ ਇੱਦਾਂ ਕਿਉਂ ਐਕਟ ਕਰਦਾ ਸੀ। ਐਂਡ ਇਹ ਬਹੁਤ ਪ੍ਰੋਫਾਊਂਡ ਚੀਜ਼ ਆ, ਬਹੁਤ ਔਖਾ ਵਾ। ਐਂਡ ਹੁਣ ਸ਼ਾਇਦ ਆਲਰੇਡੀ ਆਪਦੇ ਫਾਦਰ ਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਦੇ ਆ, ਕਿਉਂਕਿ ਉਹਨਾਂ ਦਾ ਫਾਦਰ ਵੀ ਇੱਦਾਂ ਹੀ ਕਰਦਾ ਸੀ ਉਹਨਾਂ ਨਾਲ।
ਦਲਦੀਪ ਜੀ, ਸਤਿ ਸ਼੍ਰੀ ਅਕਾਲ ਸੈਨ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਗੈਸਟ ਨੂੰ ਵੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ ਜੀ। ਬਹੁਤ ਵਧੀਆ ਟੌਪਿਕ ਤੁਸੀਂ ਹਮੇਸ਼ਾ ਲੈ ਕੇ ਆਉਂਦੇ ਹੋ ਐਂਡ ਆਪਣੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਇਹਦੀ ਲੋੜ ਹੈਗੀ ਹੈ, ਸੋ ਥੈਂਕ ਯੂ ਸੋ ਮਚ ਫॉर दैट। ਥੈਂਕਸ। ਜਿਹੜੀ ਤੁਸੀਂ ਮੈਡਮ ਜਿਹੜੀਆਂ ਟਰਮਸ ਯੂਜ਼ ਕਰ ਰਹੇ ਨੇ, ਇਮੋਸ਼ਨਲੀ ਅਵੇਲੇਬਲ ਐਂਡ ਆਲ ਦੈਟ, ਆਈ ਕੰਪਲੀਟਲੀ ਐਗਰੀ। ਤੇ ਮੈਂ ਬਹੁਤ ਖੁਸ਼ ਹਾਂ ਕਿ ਇਹਦੇ ਬਾਰੇ ਆਪਾਂ ਇੰਨੀ ਗੱਲਬਾਤ ਕਰ ਰਹੇ ਹਾਂ। ਮੈਂ 2-3 ਚੀਜ਼ਾਂ ਕਹਿਣੀਆਂ ਸੀ ਛੋਟੀਆਂ-ਛੋਟੀਆਂ। ਪਹਿਲੀ ਗੱਲ, ਇੱਕ ਜਿਹੜੇ ਕਾਲਰ ਨੇ ਜਿਵੇਂ ਉਹ ਪੁੱਛਿਆ ਸੀਗਾ ਕਿ ਇੱਕ ਬੱਚਾ ਜੇ ਅਬਿਊਜ਼ਿਵ ਫੈਮਿਲੀ 'ਚ ਹੈ ਉਹ ਸਟਰੋਂਗ ਹੋਊਗਾ ਕਿ ਇੱਕ ਕਾਮਰ ਮੋਰ ਨਰਿਸ਼ਿੰਗ ਫੈਮਿਲੀ 'ਚੋਂ ਆਇਆ। ਤੇ ਅਗੇਨ ਗੁਰਬਾਣੀ ਦਾ ਵੀ ਕੋਟ ਜਿਵੇਂ ਤੁਸੀਂ ਦਿੱਤਾ, ਮੈਨੂੰ ਪਰਸਨਲੀ ਜੋ ਲੱਗਦਾ ਹੈਗਾ, ਜੋ ਮੈਡਮ ਕਹਿ ਰਹੇ ਨੇ, ਦੈਟਸ ਐਬਸੋਲਿਊਟਲੀ ਰਾਈਟ। ਕਿਸੇ ਬੱਚੇ ਨੂੰ ਜੇ ਦੁੱਖ ਮਿਲਣਾ, ਦੁੱਖ ਸਾਰਿਆਂ ਦੀ ਲਾਈਫ 'ਚ ਆਉਂਦੇ ਨੇ, ਚੈਲੰਜਿਸ ਸਾਰਿਆਂ ਦੀ ਲਾਈਫ 'ਚ ਆਉਂਦੇ। ਚੈਲੰਜਿਸ ਇੱਕ ਆਪਾਂ ਨੂੰ ਓਪਰਚੁਨਿਟੀ ਦਿੰਦਾ ਗਰੋਥ ਲਈ, ਪਰ ਜਦੋਂ ਆਪਾਂ ਆਪਣੇ ਬ੍ਰੇਨ ਡਿਵੈਲਪ ਨਹੀਂ ਹੁੰਦੇ ਹੈਗੇ, ਉਦੋਂ ਆਪਾਂ ਨੂੰ ਆਪਣੇ ਪੇਰੈਂਟਸ ਜਿਹੜੇ ਆਪਣੇ ਕਲੋਜ਼ੈਸਟ, ਆਪਾਂ ਜਿਨ੍ਹਾਂ ਨਾਲ ਸੇਫੈਸਟ ਫੀਲ ਕਰਦੇ ਹਾਂ, ਜੇ ਆਪਣੇ ਲਈ ਉਹ ਇਮੋਸ਼ਨਲੀ ਅਵੇਲੇਬਲ ਹੋਣ, ਆਪਾਂ ਉਸ ਟਾਈਮ 'ਤੇ ਜੇ ਚੈਲੰਜ ਦੇ ਡਿਊਰਿੰਗ ਉਹ 'ਚੋਂ ਨਿਕਲੀਏ, ਉਹ ਜਿਹੜੀ ਪਰਸਨੈਲਿਟੀ ਬਣ ਕੇ ਆਊਗੀ, ਉਹ ਐਬਿਊਸਿਵ ਫੈਮਿਲੀ 'ਚੋਂ ਨਹੀਂ ਆ ਸਕਦੀ। ਅਗੇਨ ਜਿਹੜਾ ਔਨ ਸਰਫੇਸ ਆਪਾਂ ਦੇਖਦੇ ਹਾਂ, ਹੁਣ ਜਿਵੇਂ ਇੱਕ ਹੋਰ ਕਾਲਰ ਨੇ ਐਗਜ਼ਾਮਪਲ ਦਿੱਤਾ ਕਿ ਉਹ ਫੈਮਿਲੀ ਵਿੱਚ ਏਦਾਂ ਹੋਇਆ ਤੇ ਬਾਅਦ 'ਚ ਉਹਦੇ ਫਾਦਰ ਨੇ ਡਰਿੰਕ ਕਰਨਾ ਛੱਡਤਾ, ਉਹ ਬੱਚਾ ਹਾਈ ਪੋਸਟ 'ਤੇ ਪਹੁੰਚ ਗਿਆ। ਯੂ ਡੋਂਟ ਨੋ, ਤੁਸੀਂ ਔਨ ਸਰਫੇਸ ਦੇਖ ਰਹੇ ਹੋ ਉਹਨਾਂ ਨੂੰ, ਤੁਹਾਨੂੰ ਉਹ ਬੱਚੇ ਦੀ ਉਹ ਹੁਣ ਅਡਲਟ ਹੋ ਕੇ ਦੀ ਕੀ ਮਾਨਸਿਕਤਾ ਬਣੀ ਹੈ, ਵੀ ਡੋਂਟ ਨੋ। ਆਪਣੀ ਕੰਟਰੀ ਵਿੱਚ, ਆਪਣੀ ਕਮਿਊਨਿਟੀ ਵਿੱਚ ਇਟਸ ਸੱਚ ਅ ਟੈਬੂ ਕਿ ਇਹਦੇ ਬਾਰੇ ਗੱਲ ਨਹੀਂ ਹੁੰਦੀ ਹੈਗੀ। ਤੇ ਦਿਸ ਇਜ਼ ਵਨ ਥਿੰਗ ਆਈ ਵਾਂਟਡ ਟੂ ਸੇ। ਦੂਜਾ, ਆਪਾਂ ਕਹਿੰਦੇ ਹਾਂ ਕਿ ਇੰਡੀਆ 'ਚ ਆਪਾਂ ਇਹਦੇ ਬਾਰੇ ਗੱਲ ਨਹੀਂ ਹੋਈ। ਆਪਣੀ ਪੈਰੈਂਟਿੰਗ ਬੜੀ ਡਿਫਰੈਂਟ ਸੀਗੀ ਉੱਥੇ, ਤੇ ਹੁਣ ਇੱਥੇ ਬਹੁਤ ਡਿਫਰੈਂਟ ਹੈਗੀ ਹੈ। ਹੁਣ ਆਪਾਂ ਨੂੰ ਬੱਚਿਆਂ ਨੂੰ ਇੰਨਾ ਇੰਗੇਜ ਰੱਖਣਾ ਪੈਂਦਾ ਹੈ, ਇੰਨਾ ਐਂਟਰਟੇਨਡ, ਇੰਨਾ ਇਮੋਸ਼ਨਲੀ ਅਵੇਲੇਬਲ ਹੋਣਾ ਪੈਂਦਾ ਕਿ ਆਪਾਂ ਨੂੰ ਆਪਣੀ ਪਰਸਨੈਲਿਟੀ ਬਹੁਤ ਸਟਰੋਂਗ ਕਰਨੀ ਪੈਂਦੀ ਹੈ। ਤੇ ਇੱਕ ਮੈਂ ਬੜਾ ਪਾਵਰਫੁਲ ਕੋਟ ਰੀਸੈਂਟਲੀ ਸੁਣਿਆ, ਜਿਹਦੇ ਨਾਲ ਮੈਨੂੰ ਥੋੜਾ ਪੀਸ ਆਫ ਮਾਈਂਡ ਵੀ ਮਿਲਿਆ ਕਿ ਤੁਸੀਂ ਬੱਚਿਆਂ ਨੂੰ ਅੱਜ ਚਾਈਲਡਹੁੱਡ ਵਧੀਆ ਦਿਓ, ਤੁਸੀਂ ਅੱਜ ਉਹਨਾਂ ਨੂੰ ਵਧੀਆ ਨਰਿਸ਼ ਕਰੋ, ਇਮੋਸ਼ਨਲੀ ਅਵੇਲੇਬਲ ਹੋਵੋ, ਉਹਨਾਂ ਦੇ ਕੈਰੈਕਟਰ ਨੂੰ ਇੰਨਾ ਸਟਰੋਂਗ ਕਰੋ ਤੇ ਉਹਨਾਂ ਦਾ ਫਿਊਚਰ ਆਪੇ ਹੀ ਚੰਗਾ ਹੋ ਜਾਊਗਾ। ਸੋ ਆਈ ਥਿੰਕ ਇਟਸ ਵੈਰੀ ਕ੍ਰਿਟੀਕਲ ਫॉर ਆਵਰ ਕਮਿਊਨਿਟੀ ਐਂਡ ਥੈਂਕ ਯੂ ਫॉर ਸਪਰੈਡਿੰਗ ਦ ਮੈਸੇਜ। ਥੈਂਕ ਯੂ ਜੀ। ਜੀ, ਮੇਰੇ ਨਾਲ ਪਲਵਿੰਦਰ ਗਿੱਲ ਜੀ ਗੱਲਬਾਤ ਕਰ ਰਹੇ ਨੇ ਟਰਾਮਾ ਦੇ ਬਾਰੇ 'ਚ। ਇੱਕ ਟੈਕਸਟ ਮੈਸੇਜ ਆਇਆ ਪਲਵਿੰਦਰ ਜੀ ਕਿ ਮੇਰੀ ਬੇਟੀ 10 ਸਾਲ ਦੀ ਆ ਅਤੇ ਜਦੋਂ 2.5 ਸਾਲ ਦੀ ਸੀ ਉਸਦੇ ਪਿਤਾ ਜੀ ਛੱਡ ਗਏ ਸਨ ਅਤੇ ਇਮੋਸ਼ਨਲ ਸਪੋਰਟ ਉਸ ਨੂੰ ਮੈਂ ਜਿੰਨੀ ਦੇਣੀ ਚਾਹੀ ਦਿੱਤੀ ਅਤੇ ਹੁਣ ਉਹ ਕਿਸੇ ਨੂੰ ਵਿਸ਼ਵਾਸ ਨਹੀਂ ਕਰਦੀ। ਮੇਰੇ ਨਾਲ ਵੀ ਗੱਲ ਤਾਂ ਕਰਦੀ ਹੈ ਪਰ ਉਹ ਹਮੇਸ਼ਾ ਇਸ ਗੱਲ ਤੋਂ ਫਿਕਰਮੰਦ ਰਹਿੰਦੀ ਆ ਕਿ ਮੈਂ ਵੀ ਉਹਨੂੰ ਉਹਦੇ ਡੈਡੀ ਦੀ ਤਰ੍ਹਾਂ ਛੱਡ ਜਾਵਾਂਗੀ। ਸੋ ਮੈਨੂੰ ਕੀ ਕਰਨਾ ਚਾਹੀਦਾ ਬੱਚੇ ਦੀ ਐਂਗਜ਼ਾਇਟੀ ਨਾਲ ਡੀਲ ਕਰਨ ਲਈ, ਜੀ ਤਾਂ ਕਿ ਮੈਂ ਹਾਂ, ਉਹਦਾ ਟਰਸਟ ਜਿੱਤ ਸਕਾਂ? ਜੀ ਹਾਂ। ਸੋ ਜਿਵੇਂ ਉਹਨਾਂ ਨੇ ਕਿਹਾ ਗਾ ਕਿ ਬਿਕਾਜ਼ ਐਂਡ ਉਸ ਉਹਨਾਂ ਦੇ ਫਾਦਰ ਦੀ ਲਾਈਫ ਤੋਂ ਪਹਿਲਾਂ ਜਾਣ ਤੋਂ ਵੀ ਆਈ ਥਿੰਕ ਜੇ ਉਹਨਾਂ ਦੀ ਇੱਕ ਸੈਪਰੇਸ਼ਨ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਰਿਸ਼ਤਾ ਖਰਾਬ ਰਿਹਾ ਹੋਊਗਾ, ਜਿਹੜਾ ਕਿ ਬੱਚੇ ਨੂੰ ਉਸ ਤੋਂ ਪਹਿਲਾਂ ਵੀ ਇੱਕ ਟਰਾਮਾ ਫੀਲ ਹੋਇਆ ਹੋਊਗਾ ਜੇ ਉਹਨਾਂ ਦੇ ਫਾਦਰ ਇੱਕ ਸੈਪਰੇਸ਼ਨ ਦੇ ਥਰੂ ਗਏ ਆ। ਸੋ ਆਈ ਥਿੰਕ ਜਿਵੇਂ ਲੋਸਟ ਆਈ ਮੀਨ ਜਾਂ ਮੇਬੀ ਜਾਂ ਜੇ ਡੈਥ ਹੋਈ ਹੋਊਗੀ ਤਾਂ ਉਦੋਂ ਵੀ ਜ਼ਿਆਦਾ ਭਿਆਨਕ ਹੋ ਸਕਦਾ ਵਾ। ਸੋ ਜੀ ਹਾਂ, ਉਹਨਾਂ ਦੀ ਜਿਹੜੀ ਐਂਗਜ਼ਾਇਟੀ ਆ ਐਂਡ ਜਿਹੜਾ ਉਹ ਇੱਕ ਜਾਇਜ਼ ਆ, ਉਹ ਇੱਕ ਜਿਸ ਨੂੰ ਵੈਲੀਡੇਟ ਕਰੀਏ ਕਿ ਉਹਦਾ ਡਰਨਾ ਇੱਕ ਜਾਇਜ਼ ਆ। ਇਟ ਮੇਕ ਸੈਂਸ ਕਿ ਜਦੋਂ ਤੁਸੀਂ ਇੱਕ ਪੇਰੈਂਟ ਲੂਜ਼ ਕਰ ਸਕਦੇ ਹੋ ਐਂਡ ਇੱਕ ਬੱਚੇ ਦੀ ਮਾਨਸਿਕਤਾ ਦੇ ਲੈਵਲ 'ਤੇ ਉਹਨੂੰ ਲੱਗਦਾ ਕਿ ਉਹ ਦੂਜਾ ਵੀ ਲੂਜ਼ ਕਰ ਚੁੱਕੀ। ਐਂਡ ਤੁਸੀਂ ਦੇਖੋ ਕਿ ਇਹੀ ਬੱਚਾ 25 ਸਾਲ ਦਾ ਜਾ ਕੇ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੋਵੇ ਅਤੇ ਕਵੇ ਕਿ ਇਹ ਵੀ ਮੈਨੂੰ ਛੱਡ ਜੂਗਾ, ਇਨਸਿਕਿਉਰਿਟੀ ਹੋ ਜਾਏਗੀ। ਰਾਈਟ। ਐਂਡ ਹੁਣ ਤੁਸੀਂ ਦੇਖੋ ਕਿ ਆਪਾਂ ਕਹੀਏ ਕਿ ਚਾਈਲਡਹੁੱਡ ਦਾ ਕੀ ਲੈਣਾ ਦੇਣਾ ਉਹਦੇ ਨਾਲ, ਪਰ ਮਾਨਸਿਕਤਾ 'ਤੇ ਉਹ ਬੇਵਿਸ਼ਵਾਸੀ ਬਣ ਗਈ ਹੈ ਤੁਹਾਡੇ। ਫਿਰ ਉਹ ਕਈ ਵਾਰੀ ਪੁੱਛਦੇ ਰਹਿੰਦੇ ਕਿੱਥੋਂ ਆਇਆ, ਫਿਰ ਕਿੱਥੇ ਚੱਲਿਆ, ਐਗਜ਼ੈਕਟਲੀ। ਐਂਡ ਇੰਨਾ ਫਿਰ ਚਿਰ ਲੇਟ ਕਿਉਂ ਹੋ ਸਕਦਾ ਸੀ ਇਸ ਡਰ ਦੇ ਵਿੱਚ ਵੀ ਕੋਈ ਮੈਨੂੰ ਛੱਡ ਜੇ, ਅਸੀਂ ਪਹਿਲਾਂ ਹੀ ਛੱਡ ਜੀ ਉਹਨੂੰ। ਅੱਛਾ, ਇੱਦਾਂ ਵੀ ਹੋ ਸਕਦਾ ਨਾ, ਇਨਸਿਕਿਉਰਿਟੀ ਜੋ ਤੁਹਾਨੂੰ ਲੱਗਦਾ ਕਿ ਦੂਸਰਾ ਇਨਸਾਨ ਮੈਨੂੰ ਛੱਡ ਜੂਗਾ ਤੇ ਅਸੀਂ ਉਹਨੂੰ ਪਹਿਲਾਂ ਹੀ ਛੱਡ ਦਿੰਦੇ ਵੀ ਉਹਨੇ ਤਾਂ ਛੱਡ ਹੀ ਜਾਣਾ ਵਾ, ਰਾਈਟ। ਸੋ ਸਾਡੀ ਬੇਵਿਸ਼ਵਾਸੀ ਰਿਸ਼ਤਿਆਂ 'ਚ ਕਿੰਨੀ ਵੱਧ ਜਾਂਦੀ ਹਨ। ਹੋ ਸਕਦਾ ਉਹ ਰਿਸ਼ਤੇ 'ਚ ਰਹਿਣ ਵੀ ਫਿਰ ਵੀ ਬੇਵਿਸ਼ਵਾਸੀ 'ਚ ਰਹਿਣ, ਰਾਈਟ। ਸੋ ਅੱਜ ਜਿਹੜੀ ਮਿਸਟਰ ਤਿੰਨ ਐਂਡ ਮੈਂ ਉਹਨਾਂ ਨੂੰ ਕਹੂੰਗੀ ਕਿ ਜਿਵੇਂ ਉਹਨਾਂ ਦੀ ਸਿਚੁਏਸ਼ਨ ਲੱਗਦੀ ਹੈ, ਥੋੜ੍ਹਾ ਇੱਕ ਕਾਉਂਸਲਿੰਗ ਸੈਸ਼ਨ ਲੈਣ, ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਬੇਟੀ ਨਾਲ ਇਮੋਸ਼ਨਲੀ ਟਿਊਨਮੈਂਟ ਕਰਨਾ ਹੋਊਗਾ। ਬਿਕਾਜ਼ ਲੱਗਦਾ ਐਵੇਂ ਕਿ ਉਹ ਆਪ ਵੀ ਹਜੇ ਬਹੁਤ ਜ਼ਿਆਦਾ ਐਂਕਸ਼ੀਅਸ ਨੇ, ਆਪ ਵੀ ਉਹ ਮਾਨਸਿਕ ਤੌਰ 'ਤੇ ਸਫਰ ਕਰ ਰਹੇ ਨੇ। ਐਂਡ ਜਦੋਂ ਤੁਸੀਂ ਮਾਨਸਿਕ ਤੌਰ 'ਤੇ ਸਫਰ ਕਰਦੇ, ਸਾਡੇ ਲਈ ਦੂਸਰੇ ਬੱਚੇ ਨੂੰ ਸਪੋਰਟ ਕਰਨਾ ਔਖਾ ਹੁੰਦਾ। ਅੱਜ ਮਿਸਟਰ ਤਿੰਡ ਅਸੀਂ ਜਿਹੜੀ ਟਰਾਮੇ ਦੀ ਗੱਲ ਕਰਦੇ ਹਾਂ, ਅਕਸਰ ਸਾਡੇ ਕਲਚਰ ਦੇ ਵਿੱਚ ਨਾ ਅਸੀਂ ਲੋਕਾਂ ਨੂੰ ਬਾਹਰੋਂ ਜੱਜ ਕਰਦੇ। ਫੋਰ ਐਗਜ਼ਾਮਪਲ, ਜੇ ਕੋਈ ਕੰਮ ਬਹੁਤ ਕਰ ਰਿਹਾ, ਜੇ ਕੋਈ ਪੈਸਾ ਬਹੁਤ ਬਣਾ ਰਿਹਾ, ਅਸੀਂ ਕਹਿੰਦੇ ਇਹਦੀ ਮਾਨਸਿਕ ਸਿਹਤ ਨੂੰ ਕੀ ਆ, ਇਹ ਤਾਂ ਠੀਕ ਹੀ ਆ। ਅਸੀਂ ਉਸ ਚੀਜ਼ ਤੋਂ ਜੱਜ ਕਰਦੇ ਹਾਂ ਨਾ, ਅਸੀਂ ਬਾਹਰਲੀ ਚੀਜ਼ ਤੋਂ, ਉਹਦਾ ਘਰ ਕਿੱਡਾ ਵੱਡਾ, ਉਹਦੀ ਕਾਰ ਕਿੱਡੀ ਵੱਡੀ ਆ।
ਪਰ ਅੱਜ ਅਸੀਂ ਸਾਡੇ ਟਰੋਮੇ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਦੀ ਮਾਨਸਿਕਤਾ ਨੂੰ ਪੜ੍ਹਨਾ ਵਾ, ਐਂਡ ਮਾਨਸਿਕਤਾ ਬਹੁਤ ਵੱਖਰੀ ਹੋ ਸਕਦੀ ਬਾਹਰਲੀ ਦੇਸ਼ਾਂ ਦੇ ਨਾਲੋਂ। ਸੋ ਆਈ ਹੋਪ ਕਿ ਇਹ ਜਿਹੜਾ ਟੌਪਿਕ ਹੈ, ਮੈਨੂੰ ਪਤਾ ਥੋੜਾ ਵੱਡਾ ਟੌਪਿਕ ਹੈ, ਬਹੁਤ ਵੱਡਾ ਟੌਪਿਕ, ਐਂਡ ਹੋ ਸਕਦਾ ਮੇ ਬੀ ਅਗਲੇ ਮੰਥ ਅਸੀਂ ਅਗਲਾ ਮੰਥ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਦੀ ਕਰਨੇ। ਪਰ ਸਾਡਾ ਮਕਸਦ ਇਸ ਐਪੀਸੋਡ ਦਾ ਇਹ ਸੀਗੀ ਕਿ ਅਸੀਂ ਮਾਨਸਿਕਤਾ ਨੂੰ ਦੇਖੀਏ। ਜਿਹੜਾ ਬੱਚਾ 5 ਸਾਲ ਦੀ ਏਜ ਦੇ ਵਿੱਚ ਕੰਮ ਕਰਨ ਲੱਗ ਗਿਆ ਨਾ, ਜੋ 50 ਸਾਲ ਦੀ ਏਜ ਦੇ ਵਿੱਚ ਉਹ ਥੱਕ ਤਾਂ ਨਹੀਂ ਗਿਆ ਕਿਤੇ। ਐਂਡ ਜਿਵੇਂ ਤੁਸੀਂ ਕਹਿੰਦੇ ਝੂਠ ਬੋਲਣਾ ਜਾਂ ਹੋਰ ਵੀ ਇੱਕ ਤਰੀਕੇ ਨਾਲ, ਫੋਰ ਐਗਜ਼ਾਮਪਲ ਹਰ ਚੀਜ਼ ਤੇ ਯੈਸ ਕਹਿਣਾ, ਕਿਉਂਕਿ ਜੇ ਛੋਟੇ ਬੱਚੇ ਨੂੰ ਜਦੋਂ ਨੋ ਕਹਿੰਦੇ ਸੀ ਉਹਨਾਂ ਨੂੰ ਪੇਰੈਂਟ ਤੋਂ ਝਿੜਕ ਮਿਲਦੀ ਸੀ, ਫਿਰ ਉਹਨਾਂ ਨੇ ਕੀ ਡਿਵੈਲਪ ਕੀਤਾ ਕੋਪਿੰਗ ਮੈਕੈਨਿਜ਼ਮ ਕਿ ਹੁਣ ਮੈਂ ਹਰ ਨੂੰ ਹਾਂ ਕਹਿਣੀ ਆ। ਤੇ ਅੱਜ ਉਹ 40 ਸਾਲ ਦੇ ਹੋ ਚੁੱਕੇ ਤੇ ਉਹ ਕਹਿੰਦੇ ਮੇਰੇ ਨਾਂ ਹੀ ਨਹੀਂ ਨਿਕਲਦੀ ਮੂੰਹ ਚੋਂ। ਇਹ ਵੀ ਡਿਸਆਰਡਰ ਆ ਫਿਰ। ਆਈ ਮੀਨ ਇਹ ਸਾਰੇ ਸਾਡੇ ਜਿਵੇਂ ਤੁਸੀਂ ਕਿਹਾ ਡੈਂਟ ਪਏ ਆ, ਐਂਡ ਇਹ ਸਾਡੇ ਕਲਚਰਲੀ ਸਾਨੂੰ ਔਖਾ ਲੱਗਦਾ ਨਾ ਕਹਿਣਾ, ਕਿਉਂਕਿ ਬਚਪਨ ਦੇ ਵਿੱਚ ਸਾਨੂੰ ਸਾਡੇ ਨਰਵਸ ਸਿਸਟਮ ਨੇ ਸਾਨੂੰ ਦੱਸਿਆ ਹੋਇਆ। ਕਈ ਬੰਦੇ ਆ ਜਿਹੜੇ ਮੈਂ ਸਮਝਦਾ ਸੀ ਵੀ ਹੈਬਿਚੁਅਲ ਲਾਇਰ ਨੇ, ਵੀ ਇਹ ਝੂਠ ਬੋਲਦੇ ਆ ਜਾਣ ਕੇ, ਝੂਠ ਇਹਨੂੰ ਆਦਤ ਪਈ ਝੂਠ ਬੋਲਣ ਦੀ। ਹੁਣ ਫਰਜ਼ ਕਰੋ ਮੈਨੂੰ ਕਿਸੇ ਨੇ ਮਿਲਣ ਆਉਣਾ, ਉਹ ਬੰਦੇ ਨੇ ਮੈਨੂੰ ਪਤਾ ਵੀ ਉਹਨੇ ਰਿਚਮੰਡ ਤੋਂ ਆਉਣਾ, ਅਤੇ ਮੈਨੂੰ ਇਹ ਰਿਚਮੰਡ ਗਿਆ ਹੋਇਆ, ਜੇ ਮੈਨੂੰ ਪੁੱਛਾਂ ਵੀ ਆ ਗਿਆ ਤੂੰ ਰਿਚਮੰਡ ਤੋਂ ਆਇਆ, ਉਹਨੇ ਕਹਿਣਾ ਨਹੀਂ ਮੈਂ ਤਾਂ ਵੈਂਕੂਵਰ ਤੋਂ ਆਇਆ, ਭਾਵੇਂ ਉਹ ਰਿਚਮੰਡ ਤੋਂ ਹੀ ਆਇਆ ਹੋਵੇ, ਮੈਨੂੰ ਪਤਾ ਇਹ ਰਿਚਮੰਡ ਨਹੀਂ ਆਇਆ, ਪਰ ਉਹਨੇ ਕਹਿੰਦੀ ਮੈਂ ਤਾਂ ਵੈਂਕੂਵਰ ਗਿਆ ਸੀ। ਮੈਂ ਕਿਹਾ ਯਾਰ ਤੂੰ ਤਾਂ ਝੂਠ ਬੋਲਣ ਦਾ ਆਦੀ ਹੈ ਤੂੰ। ਪਰ ਮੈਂ ਕਈ ਵਾਰੀ ਨਹੀਂ, ਉਹ ਆਦੀ ਨਹੀਂ ਹੈ ਦਰਅਸਲ, ਉਹ ਤਾਂ ਡਿਸਆਰਡਰ ਆ, ਉਹਨੂੰ ਹਰ ਗੱਲ ਤੇ ਝੂਠ ਬੋਲਣਾ। ਕਿਉਂਕਿ ਮਿਸਟਰ ਥਿੰਡ ਉਹ ਸੇਫ ਫੀਲ ਕਰਦੇ ਨੇ, ਉਹ ਝੂਠ ਬੋਲ ਕੇ ਸੇਫ ਫੀਲ ਕਰਦੇ ਨੇ, ਕਿਉਂਕਿ ਉਹਨਾਂ ਦਾ ਨਰਵਸ ਸਿਸਟਮ ਉਹਨਾਂ ਡਿਵੈਲਪ ਨਹੀਂ ਹੋਇਆ ਵਾ। ਉਹਨਾਂ ਦਾ ਨਰਵਸ ਸਿਸਟਮ ਇਹ ਚੀਜ਼ ਨੂੰ ਡਿਸਟਿੰਗੁਇਸ਼ ਨਹੀਂ ਕਰ ਰਿਹਾ। ਮੈਨੂੰ ਤਾਂ ਉਹਦਾ ਕੋਈ ਅਸਰ ਨਹੀਂ ਗਾ, ਚਾਹੇ ਤੂੰ ਰਿਚਮੰਡ ਤੋਂ ਆਇਆ ਚਾਹੇ ਵੈਂਕੂਵਰ ਤੋਂ ਆ ਗਿਆ, ਮੇਰੇ ਕੋਲ ਟਾਈਮ ਸਿਰ ਪਹੁੰਚ ਗਿਆ, ਠੀਕ ਹੈ। ਮਿਸਟਰ ਥਿੰਡ ਇਹ ਫੋਰ ਐਗਜ਼ਾਮਪਲ ਸੇਮ ਹੀ ਆ ਕਿ ਜੇ ਇੱਕ ਡੌਗ ਨੇ ਤੁਹਾਨੂੰ 5 ਸਾਲ ਦੇ ਨੂੰ ਜਾਂ 6 ਸਾਲ ਦੇ ਨੂੰ ਕੱਟਿਆ, ਅੱਜ ਤੁਹਾਡਾ ਡੌਗ ਹੈ ਜਿਹੜਾ ਸਿਕਿਉਰ ਬੈਠਾ ਵਾ, ਪਰ ਤੁਹਾਨੂੰ ਫਿਰ ਵੀ ਡਰ ਲੱਗ ਰਿਹਾ। ਕਿਉਂ ਡਰ ਲੱਗ ਰਿਹਾ? ਆਹ ਤਾਂ ਡੌਗ ਨੇ ਨਹੀਂ ਤੁਹਾਨੂੰ ਕੱਟਣਾ ਵਾ, ਇਹ ਤਾਂ ਰੱਸੀ ਨਾਲ ਬੰਨਿਆ ਹੋਇਆ ਵਾ, ਪਰ ਤੁਹਾਡਾ ਨਰਵਸ ਸਿਸਟਮ ਅੰਦਰੋਂ ਡਰਿਆ ਹੋਇਆ ਉਸ ਚੀਜ਼ ਨੂੰ ਦੇਖ ਕੇ। ਅਗਲੀ ਵਾਰੀ ਫਿਰ ਆਪਾਂ ਇਹੀ ਗੱਲ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। For more entertainment, download the Red FM app from the Google Play Store and Apple App Store now. Just one click.